ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ। ਤੁਸੀਂ ਵੇਖ ਰਹੇ ਹੋ ਦ ਬੈਨੀਪਾਲ ਸ਼ੋ। ਹੁਣ ਮੌਸਮ ਦੀ ਗੱਲ ਸਭ ਤੋਂ ਪਹਿਲਾਂ ਕਰ ਲੈਂਦੇ ਆ, ਕਿਉਂਕਿ ਮੌਸਮ ਦਾ ਜਿਹੜਾ ਮਿਜਾਜ਼ ਹੈਗਾ ਉਹ ਥੋੜਾ ਜਿਹਾ ਖਤਰਨਾਕ ਹੋਇਆ ਪਿਆ ਤੇ ਅਲਰਟ ਜਿਹੜਾ ਜਾਰੀ ਹੋ ਗਿਆ ਹੈਗਾ। ਤੇ ਅਲਰਟ ਇਹ ਕਹਿੰਦਾ ਕਿ ਅਗਲੇ 5 ਦਿਨ ਜਿਹੜੇ ਆ ਉਹ ਇਦਾਂ ਹੀ ਸੰਘਣੀ ਧੁੰਦ ਪੈਣੀ ਹੈਗੀ ਆ। ਅੱਜ ਹਾਦਸੇ ਵੀ ਬਹੁਤ ਸਾਰੇ ਹੋਏ ਨੇ, ਮੌਤਾਂ ਜਿਹੜੀਆਂ ਨੇ ਉਹ ਵੀ ਹੋਈਆਂ ਨੇ। ਤੇ ਇਸ ਬਾਬਤ ਗੱਲ ਪਿਛਲੇ ਸ਼ੋਜ਼ ਦੇ ਵਿੱਚ ਹੋ ਚੁੱਕੀ ਹੋਈ ਆ, ਪਰ ਅਸੀਂ ਇੰਨਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਕਿ ਫਿਕਰਾਂ ਜਿਹੜੀਆਂ ਨੇ ਉਹ ਰਹਿੰਦੀਆਂ ਨੇ ਤੇ ਆਪਣੀ ਰਫ਼ਤਾਰ ਤੇ ਕੰਟਰੋਲ ਜ਼ਰੂਰ ਰੱਖੋ। ਕਿਉਂਕਿ ਸਵੇਰੇ ਅੱਜ ਜਦੋਂ ਮੈਂ ਵੀ ਦਫ਼ਤਰ ਜਾ ਰਹੀ ਸੀ ਤਾਂ ਕੁਛ ਨਜ਼ਰ ਨਹੀਂ ਸੀ ਆ ਰਿਹਾ, ਵਿੱਚ ਰਸਤੇ 'ਚ ਗੱਡੀ ਵੀ ਖੜੀ ਕਰਨੀ ਪਈ। ਦਫ਼ਤਰ ਜਾਂਦਿਆਂ ਵਕਤ ਮਤਲਬ ਇਦਾਂ ਲੱਗ ਰਿਹਾ ਸੀਗਾ ਕਿ ਬਈ ਰੱਬਾ ਪਹੁੰਚਾ ਦੇ, ਕਿਸੇ ਤਰ੍ਹਾਂ ਪਹੁੰਚਾ ਦੇ। ਕੁਛ ਨਜ਼ਰ ਨਹੀਂ ਆ ਰਿਹਾ ਸੀ, ਮਤਲਬ ਵਿਜ਼ਿਬਿਲਿਟੀ ਜਿਹੜੀ ਕੁਝ ਵਕਤ ਬਾਅਦ ਜਿਹੜੀ ਹੈ ਥੋੜੀ ਘੱਟ ਹੋਣੀ ਸ਼ੁਰੂ ਹੁੰਦੀ ਹੈਗੀ ਆ, ਉਹ ਬਿਲਕੁਲ ਨਿਲ ਹੋ ਗਈ ਸੀ। ਤੇ ਮਤਲਬ ਕਹਿੰਦੇ ਆ ਵੀ 10:30 11 ਵਜੇ ਤੱਕ ਵੀ ਦਿਨ ਦੇ ਇਹ ਕੋਹਰਾ ਜਿਹੜਾ ਹੈ, ਧੁੰਦ, ਸੰਘਣੀ ਧੁੰਦ ਜਿਹੜੀ ਹੈ ਉਹ ਛਾਈ ਹੋਈ ਹੈਗੀ ਸੀ। ਮੈਂ ਖਰੜ ਤੋਂ ਚੰਡੀਗੜ੍ਹ ਵਾਲੇ ਪਾਸੇ ਜਾਣਾ ਸੀਗਾ ਤੇ ਬਹੁਤ ਧੁੰਦ ਸੀ। ਚੰਡੀਗੜ੍ਹ ਵਾਲੇ ਪਾਸੇ ਆ ਕੇ ਧੁੰਦ ਓਨੀ ਨਹੀਂ ਸੀ, ਪਰ ਜਦੋਂ ਆਪਾਂ ਇੱਥੋਂ ਚੰਡੀਗੜ੍ਹ ਨਿਕਲ ਰਹੇ ਸੀ ਤੇ ਉਦੋਂ ਇਦਾਂ ਲੱਗ ਰਿਹਾ ਸੀਗਾ ਕਿ ਅੱਜ ਸ਼ਾਇਦ ਪਹੁੰਚਿਆ ਹੀ ਨਹੀਂ ਜਾਣਾ ਹੈਗਾ, ਇੰਨਾ ਜ਼ਿਆਦਾ ਬੁਰਾ ਹਾਲ ਸੀ। ਤੇ ਹੁਣ ਜਿਹੜਾ ਹੈ ਇੱਥੇ ਜਦੋਂ ਇਸ ਟਾਈਮ ਸ਼ੋਅ ਕਰ ਰਹੇ ਹੈਗੇ ਆ ਤੇ ਫਿਰ ਤੋਂ ਦਫ਼ਤਰ ਜਿਹੜਾ ਹੈ, ਦਫ਼ਤਰ ਜਾਣ ਦਾ ਜਦੋਂ ਤੁਸੀਂ ਸ਼ੋਅ ਦੇਖ ਰਹੇ ਹੋ, ਮੇਰੇ ਦਫ਼ਤਰ ਜਾਣ ਦਾ ਟਾਈਮ ਹੁੰਦਾ ਇਸ ਵੇਲੇ ਤੱਕ ਮੈਂ ਸ਼ੋਅ ਕਰਕੇ ਦਫ਼ਤਰ ਜਿਹੜਾ ਹੈ ਉਹ ਚਲੀ ਜਾਂਦੀ ਹਾਂ। ਤੇ ਰਸਤੇ 'ਚ ਤੁਸੀਂ ਸੋਚੋ ਕਿ ਜਿਸ ਵਕਤ ਤੁਸੀਂ ਸ਼ੋਅ ਦੇਖ ਰਹੇ ਹੋ ਉਸ ਵਕਤ ਦੇ ਰਸਤੇ ਵਿੱਚ ਮੇਰੀ ਜਾਨ ਜਿਹੜੀ ਆ ਉਹ ਸੂਲੀ ਟੰਗੀ ਹੋਣੀ ਹੈਗੀ ਆ, ਕਿਉਂਕਿ ਧੁੰਦ ਜਿਹੜੀ ਆ ਅਗਲੇ ਕੁਝ ਦਿਨ ਰਹਿਣੀ ਆ ਤੇ ਅਲਰਟ ਜਿਹੜਾ ਹੈ ਜਾਰੀ ਹੋ ਗਿਆ ਹੋਇਆ। ਤੇ ਪੰਜਾਬ ਸਰਕਾਰ ਵੱਲੋਂ ਇੱਕ ਬੜਾ ਸੈਂਸੀਬਲ ਫੈਸਲਾ ਕੀਤਾ ਗਿਆ ਹੋਇਆ ਕਿ ਸਕੂਲਾਂ ਦਾ ਵਕਤ ਜਿਹੜਾ ਹੈ ਉਹ 10 ਵਜੇ ਸਵੇਰੇ ਕਰ ਦਿੱਤਾ। ਉਸਦਾ ਰੀਜ਼ਨ ਕੀ ਹੈ? ਉਸਦਾ ਰੀਜ਼ਨ ਆ ਕਿ ਹਾਦਸੇ ਜਿਹੜੇ ਨੇ ਲਗਾਤਾਰ ਹੋ ਰਹੇ ਨੇ। ਹੁਣ ਟੀਚਰਸ ਨੇ, ਬੱਚਿਆਂ ਨੇ ਆਪਣੇ ਟਾਈਮ ਤੇ ਪਹੁੰਚਣਾ ਹੈਗਾ ਤੇ ਟਾਈਮ ਤੇ ਪਹੁੰਚਣਾ ਤਾਂ ਕਰਕੇ ਉਹਨਾਂ ਨੇ ਭਾਵੇਂ 7 ਵਜੇ ਡਿਊਟੀ ਹੋਵੇ, 8 ਵਜੇ ਹੋਵੇ, 8:30 ਹੋਵੇ, ਉਹਨਾਂ ਨੇ ਔਨ ਡਾਟ ਪਹੁੰਚਣਾ ਹੀ ਹੈ, ਰਾਦਰ ਪਹਿਲਾਂ ਹੀ ਪਹੁੰਚਣਾ ਹੈਗਾ। ਸੋ ਅਜਿਹੇ ਵਿੱਚ ਹਾਦਸਿਆਂ ਨੂੰ ਟਾਲਣ ਦੇ ਲਈ ਇਹ ਸਾਰਾ ਫੈਸਲਾ ਜਿਹੜਾ ਹੈ ਉਹ ਕੀਤਾ ਗਿਆ। ਬਾਕੀ ਤੁਸੀਂ ਸੁਣਾਓ, ਤੁਹਾਡੇ ਮੌਸਮ ਜਿਹੜਾ ਹੈ ਕਿੱਦਾਂ ਹੈਗਾ? ਕਦੀ ਇਨਵਾਈਟ ਕਰੋ ਤੇ ਆਪਾਂ ਵੀ ਮੌਸਮ ਜਿਹੜਾ ਦੇਖੀਏ। ਤੁਸੀਂ ਆਓ ਕਦੇ ਸਾਡੇ ਘਰੇ, ਪਰੌਂਠੇ ਪਰੌਂਠੇ ਜਿਹੜੇ ਖਾ ਕੇ ਜਾਓ। ਪਰ ਇਹ ਸਾਂਝ ਜਿਹੜੀ ਹੈ ਬਣੀ ਰਹਿਣੀ ਚਾਹੀਦੀ ਹੈਗੀ ਆ, ਕਿਉਂਕਿ ਬੈਨੀਪਾਲ ਸਾਹਿਬ ਨੇ ਡਿਊਟੀ ਲਾਈ ਆ। ਤੇ ਤੁਹਾਨੂੰ ਤੁਹਾਡੇ ਕਮੈਂਟਸ ਦੇ ਵਿੱਚ ਮੈਂ ਪੜ੍ਹ ਰਹੀ ਸੀਗੀ ਕਿ ਪੁੱਛ ਰਹੇ ਸੀ ਕੁਛ ਲੋਕ ਕਿ ਬੈਨੀਪਾਲ ਸਾਹਿਬ ਨੇ ਕਦੋਂ ਆਉਣਾ ਹੈਗਾ। ਤੁਹਾਨੂੰ ਦੱਸ ਦੇਵਾਂ ਕਿ ਅਗਲੇ ਮਹੀਨੇ ਦੇ ਮਿਡ ਤੱਕ ਉਹ ਵਾਪਸ ਆ ਜਾਣਗੇ, ਜਨਵਰੀ ਮਿਡ ਤੱਕ ਵਾਪਸ ਆ ਜਾਣਗੇ। ਤਦ ਤੱਕ ਮੈਂ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਉਹ ਡਿਲੀਵਰ ਕਰ ਸਕਾਂ ਜੋ ਕਿ ਮੈਨੂੰ ਕਰਨਾ ਚਾਹੀਦਾ ਹੈਗਾ। ਸੋ ਅਜਿਹੇ ਵਿੱਚ ਅੱਜ ਦਾ ਜਿਹੜਾ ਹੈ, ਜੇ ਅਸੀਂ ਗੱਲ ਕਰੀਏ ਅੱਜ ਦੀਆਂ ਖਬਰਾਂ ਜੋ ਹੋਣ ਵਾਲੀਆਂ ਹੈਗੀਆਂ, ਉਹ ਬੜੀਆਂ ਹੀ ਜਿਹਨੂੰ ਕਹਿੰਦੇ ਆ ਨਾ ਕਿ ਵੱਖ-ਵੱਖ ਭਿੰਨ-ਭਿੰਨ ਤਰ੍ਹਾਂ ਦੀਆਂ ਖਬਰਾਂ ਹੈਗੀਆਂ। ਮਤਲਬ ਇੱਕ ਮੂਡ ਦੀਆਂ ਖਬਰਾਂ ਨਹੀਂ ਹੈਗੀਆਂ, ਬਿਲਕੁਲ ਡਿਫਰੈਂਟ ਖਬਰਾਂ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਹੈਗੇ ਆ। ਪੂਰੇ ਦਿਨ ਅੱਜ ਕੀ ਕੁਝ ਹੋਇਆ ਇਸ ਤੇ ਨਜ਼ਰ ਮਾਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਜੇ ਅਸੀਂ ਤੁਹਾਨੂੰ ਕਿਸੇ ਦੂਜੇ ਰਾਜ ਦੀ ਵੀ ਖਬਰ ਜਿਹੜੀ ਆ ਉਹ ਦਿੰਨੇ ਆ ਨਾ, ਤੇ ਇਹਦਾ ਮਤਲਬ ਇਹ ਆ ਕਿ ਅਸੀਂ ਪੰਜਾਬ ਨਾਲ ਲਿੰਕ ਰੱਖ ਕੇ ਹੀ ਦੇ ਰਹੇ ਹਾਂ। ਜੇ ਦੂਜੇ ਰਾਜ ਦੀ ਖਬਰ ਵੀ ਦੇ ਰਹੇ ਹਾਂ ਤਾਂ ਮਤਲਬ ਕਿ ਕਿਤੇ ਨਾ ਕਿਤੇ ਉਸਦੀ ਜਿਹੜੀ ਗਰਾਊਂਡ ਹੈਗੀ ਆ ਉਹ ਪੰਜਾਬ ਤੋਂ ਹੋ ਕੇ ਨਿਕਲਦੀ ਹੈਗੀ ਆ। ਸੋ ਅਜਿਹੇ ਵਿੱਚ ਜਿਹੜੀ ਪਹਿਲੀ ਖਬਰ ਹੈ ਉਹ ਆਪਾਂ ਜ਼ੀਰਾ 'ਚ ਝੜਪ ਦੀ ਗੱਲ ਹੀ ਕਰਾਂਗੇ। ਵੈਸੇ ਤਾਂ ਪਿਛਲੇ ਕਈ ਦਿਨ ਤੋਂ ਅਸੀਂ ਤੁਹਾਨੂੰ ਜ਼ੀਰਾ ਦੇ ਵਿੱਚ ਝੜਪਾਂ ਦੀਆਂ ਖਬਰਾਂ, ਲਾਠੀ ਚਾਰਜ ਦੀਆਂ ਖਬਰਾਂ ਦੇ ਹੀ ਰਹੇ ਹਾਂ, ਜਿਹੜਾ ਸ਼ਰਾਬ ਫੈਕਟਰੀ ਨੂੰ ਲੈ ਕੇ ਹੋ ਰਿਹਾ। ਪਰ ਅੱਜ ਗੱਲ ਬਹੁਤ ਹੀ ਵੱਧ ਗਈ ਹੈਗੀ। ਅੱਜ ਗੱਡੀ ਜਿਹੜੀ ਹੈ ਕਿਸਾਨਾਂ ਨੇ ਪੁਲਿਸ ਤੇ ਚੜਾਈ ਹੈਗੀ ਆ, ਕੁਚਲਣ ਦੀ ਕੋਸ਼ਿਸ਼ ਕੀਤੀ ਤੇ ਕੁਚਲ ਵੀ ਦਿੱਤੇ, ਕਿਉਂਕਿ ਪੈਰਾਂ ਦੇ ਉੱਤੇ ਗੱਡੀ ਜਿਹੜੀ ਚੜ ਗਈ ਸੀ। ਤੇ ਅੱਜ ਜਿਹੜਾ ਮਾਹੌਲ ਦੇਖਿਆ ਨਾ ਉੱਥੇ, ਤੁਸੀਂ ਸੋਚ ਨਹੀਂ ਸਕਦੇ, ਮਤਲਬ ਇੰਨਾ ਜ਼ਿਆਦਾ ਟੈਨਸ਼ਨ ਵਾਲਾ ਮਾਹੌਲ ਜਿਹੜਾ ਹੈ ਹੋ ਗਿਆ ਸੀ। ਇਸ ਤੇ ਗੱਲ ਕਰਾਂਗੇ। ਦੂਜੀ ਜਿਹੜੀ ਖਬਰ ਹੈਗੀ ਆ ਉਹ ਹੈਗੀ ਆ ਜ਼ਬਰਨ ਧਰਮ ਪਰਿਵਰਤਨ ਤੇ ਰੋਕ ਲੱਗੀ ਆ। ਜੇ ਵਿਆਹ ਤੁਸੀਂ ਕਰਦੇ ਹੈਗੇ ਹੋ ਤੇ ਵਿਆਹ ਕਰਨ ਖਾਤਰ ਤੁਸੀਂ ਆਪਣਾ ਧਰਮ ਪਰਿਵਰਤਨ ਕਰਦੇ ਹੈਗੇ ਹੋ ਤੇ ਇਹ ਹੁਣ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਹੁਣ ਕਿਹੜੇ ਰਾਜ ਨੇ ਲਗਾਈ ਹੈ ਰੋਕ, ਕੀ ਕੁਝ ਹੋਇਆ ਹੈਗਾ ਤੇ ਪੰਜਾਬ 'ਚ ਉਸਦੀਆਂ ਕੀ ਗਰਾਊਂਡਸ ਨੇ, ਇਸ ਬਾਬਤ ਵੀ ਅਸੀਂ ਤੁਹਾਡੇ ਨਾਲ ਜ਼ਿਕਰ ਜਿਹੜਾ ਹੈ ਜ਼ਰੂਰ ਕਰਾਂਗੇ। ਤੇ ਵੱਡੇ ਇੱਕ ਗੈਂਗਸਟਰ ਨੇ ਸੁਨਿਆਰੇ ਨੂੰ ਧਮਕੀ ਦਿੱਤੀ ਹੈ ਕਿ 4 ਦਿਨ ਦੇ ਅੰਦਰ ਤੈਨੂੰ ਤੇ ਤੇਰਾ ਟੱਬਰ ਜਿਹੜਾ ਹੈ ਉਹ ਖਤਮ ਕਰ ਦੇਵਾਂਗਾ। ਇਹ ਧਮਕੀ ਜਿਹੜੀ ਹੈ ਆਈ ਹੈਗੀ ਆ ਤੇ ਫਿਰੌਤੀ ਜਿਹੜੀ ਹੈ, ਪੈਸੇ ਜਿਹੜੇ ਨੇ ਮੰਗੇ ਗਏ ਨੇ, ਲੱਖਾਂ ਰੁਪਏ ਮੰਗੇ ਗਏ ਨੇ। ਕੀ ਕੁਝ ਮੰਗਿਆ ਗਿਆ ਇਹ ਵੀ ਦੱਸਾਂਗੇ। ਬੱਚੇ ਜਿਹੜੇ ਨੇ ਉਹ ਘਰਾਂ ਦੇ ਅੰਦਰ ਡੱਕੇ ਗਏ ਨੇ, ਸਕੂਲ ਨਹੀਂ ਜਾ ਰਹੇ ਹੈਗੇ, ਛੁੱਟੀਆਂ ਨਹੀਂ ਪਈਆਂ, ਸਕੂਲ ਨਹੀਂ ਜਾ ਰਹੇ ਹੈਗੇ। ਸੋ ਇਸ ਬਾਰੇ ਜ਼ਿਕਰ ਕਰਨਾ ਜਿਹੜਾ ਹੈ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਲਾ, SFJ ਵੱਲੋਂ ਇੱਕ ਵਾਰੀ ਫੇਰ ਤੋਂ ਇੱਕ ਜ਼ਿੰਮੇਵਾਰੀ ਲਈ ਗਈ ਹੈ। ਦੀਵਾਰਾਂ ਦੇ ਉੱਤੇ ਨਾਅਰੇ ਲਿਖੇ ਗਏ ਨੇ,
ਗਰਮ ਖਿਆਲੀ ਨਾਰੇ ਲਿਖੇ ਗਏ ਨੇ, ਖਾਲਿਸਤਾਨੀ ਨਾਰੇ ਲਿਖੇ ਗਏ ਨੇ ਤੇ ਨਾਲੋਂ ਨਾਲ ਜਿਹੜੀ ਮੇਨ ਗੱਲ ਅਸੀਂ ਤੁਹਾਨੂੰ ਦੱਸਾਂਗੇ ਉਹ ਇਹ ਆ ਕਿ ਜਿਹੜੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਯਾਨੀ ਭਾਰਤ ਜੋੜੋ ਯਾਤਰਾ ਸਾਡੀ ਭਾਸ਼ਾ 'ਚ ਉਹ ਜਿਹੜੀ ਹੈਗੀ ਆ ਉਹ ਉਸ ਨੂੰ ਰੋਕਣ ਦੀ ਧਮਕੀ ਜਿਹੜੀ ਆ ਸਾਫ਼-ਸਾਫ਼ ਦੇ ਦਿੱਤੀ ਗਈ ਆ ਤੇ ਨਾਲ ਜਦੋਂ ਕੰਧਾਂ ਦੇ ਉੱਤੇ ਲਿਖਿਆ ਗਿਆ ਤੇ ਰਾਹੁਲ ਗਾਂਧੀ ਤੇ ਇੰਦਰਾ ਗਾਂਧੀ ਬਾਰੇ ਵੀ ਜਿਹੜਾ ਹੈ ਉਹ ਲਿਖਿਆ ਗਿਆ ਹੈਗਾ। ਸੋ ਇਹ ਖਬਰ ਵੀ ਆਪਾਂ ਡਿਸਕਸ ਜਿਹੜੀ ਆ ਉਹ ਕਰਨੀ ਹੈਗੀ ਆ। ਉਸ ਤੋਂ ਇਲਾਵਾ ਜੇਲ੍ਹ 'ਚ ਪੁੱਤ ਨੂੰ ਮਾਂ ਮਿਲਣ ਆਉਂਦੀ ਹੈਗੀ ਆ ਤੇ ਕੀ ਕੁਝ ਖਾਸ ਲੈ ਕੇ ਆਉਂਦੀ ਹੈਗੀ ਆ ਜੋ ਉਹ ਲੈ ਕੇ ਗਈ ਤੁਸੀਂ ਸੋਚ ਵੀ ਨਹੀਂ ਸਕਦੇ, ਇਸ ਤੇ ਆਪਾਂ ਜ਼ਿਕਰ ਕਰਨਾ ਹੈਗਾ। ਫਿਰ ਚੰਨੀ ਦੀ ਬੱਕਰੀ ਬਾਰੇ ਅੱਜ ਬੜੀ ਕਾਮੇਡੀ ਹੋਈ ਅੱਜ ਕਿਉਂਕਿ ਐਕਸ ਸੀਐਮ ਜਿਹੜੇ ਨੇ ਉਹ ਵਾਪਸ ਆ ਗਏ ਨੇ ਤੇ ਜਦੋਂ ਹੁਣ ਐਕਸ ਸੀਐਮ ਵਾਪਸ ਆ ਹੀ ਗਏ ਆ ਤੇ ਉਹਨਾਂ ਦੇ ਆਉਣ ਤੋਂ ਬਾਅਦ ਉਹਨਾਂ ਤੇ ਸ਼ਿਕੰਜਾ ਜਿਹੜਾ ਹੈ ਕੱਸਿਆ ਜਾ ਸਕਦਾ ਹੈਗਾ। ਉਹਨਾਂ ਵਾਸਤੇ ਸੰਜੀਦਗੀਆਂ ਜਿਹੜੀਆਂ ਨੇ ਉਹ ਹੋਰ ਹੋ ਸਕਦੀਆਂ ਹੈਗੀਆਂ ਨੇ। ਅੱਜ ਭਾਰਤ ਜੋੜੋ ਯਾਤਰਾ ਦੇ ਵਿੱਚ ਵੀ ਉਹ ਨਜ਼ਰ ਆਏ, ਰਾਹੁਲ ਗਾਂਧੀ ਨਾਲ ਮੋਢਾ ਮਿਲਾ ਕੇ ਜਿਹੜੇ ਉਹ ਤੁਰਦੇ ਨਜ਼ਰ ਆਏ। ਪਰ ਇਸ ਦਰਮਿਆਨ ਅੱਜ ਸੈਸ਼ਨ ਦੇ ਵਿੱਚ ਬੱਕਰੀ ਨੂੰ ਲੈ ਕੇ ਵੱਡੀ ਕਾਮੇਡੀ ਹੋਈ ਤੇ ਸਭਾਪਤੀ ਵੀ ਇਸ ਕਾਮੇਡੀ ਦੇ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆਏ। ਸੋ ਇਹ ਪੂਰੀ ਦੀ ਪੂਰੀ ਕੀ ਗੱਲਬਾਤ ਰਹੀ ਇਹ ਵੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਸੋ ਅੱਜ ਦੇ ਇਸ ਪੂਰੇ ਦੇ ਪੂਰੇ ਸ਼ੋਅ ਦੇ ਵਿੱਚ ਕੀ ਕੁਝ ਨਿਕਲ ਕੇ ਆਏਗਾ ਇਹ ਅਸੀਂ ਤੁਹਾਨੂੰ ਦੱਸ ਦਿੱਤਾ। ਬਾਕੀ ਤੁਹਾਡੀਆਂ ਸਾਡੀਆਂ ਸਾਂਝੀਆਂ ਗੱਲਾਂ ਜਿਹੜੀਆਂ ਨੇ ਉਹ ਹੁੰਦੀਆਂ ਰਹਿਣਗੀਆਂ ਤੇ ਉਹ ਹੁੰਦੀਆਂ ਰਹਿਣੀਆਂ ਵੀ ਚਾਹੀਦੀਆਂ ਨੇ ਕਿਉਂਕਿ ਠੰਡ ਬਹੁਤ ਹੈ, ਨਿੱਘ ਚਾਹੀਦੀ ਹੁੰਦੀ ਆ। ਇੱਥੇ ਨਿੱਘ ਚਾਹੀਦੀ ਹੁੰਦੀ ਹੈ ਅਹਿਸਾਸ ਦੀ, ਇੱਥੇ ਨਿੱਘ ਚਾਹੀਦੀ ਹੁੰਦੀ ਆ ਜਦੋਂ ਅਸੀਂ ਖਬਰਾਂ ਸਾਂਝੀਆਂ ਕਰਦੇ ਹਾਂ ਤੇ ਨਾ ਚਾਹ ਕੇ ਵੀ ਇੱਕ ਰਿਸ਼ਤਾ ਜਿਹੜਾ ਹੈ ਉਹ ਬਣਾ ਪੈਂਦੇ ਹੈਗੇ ਆ। ਇਹ ਸਿਰਫ ਇਹ ਨਹੀਂ ਕਿ ਵੀ ਮੈਂ ਬੋਲ ਕੇ ਚਲੀ ਗਈ ਤੇ ਬਸ ਠੀਕ ਹੈ ਫਿਰ ਬੈਨੀਪਾਲ ਸਾਹਿਬ ਨੇ ਆ ਜਾਣਾ। ਇੱਕ ਰਿਸ਼ਤਾ ਜਿਹੜਾ ਹੈ ਉਹ ਕਾਇਮ ਹੋ ਜਾਂਦਾ ਹੈ। ਕਦੀ ਦੁਬਾਰਾ ਵੀ ਕਦੀ ਮਿਲਾਂਗੇ ਜਦੋਂ ਤੇ ਉਦੋਂ ਖਿੜੇ ਮੱਥੇ ਮਿਲੀਏ ਤੇ ਸ਼ੁਰੂ ਕਰਦੇ ਹਾਂ ਖਬਰਾਂ ਦਾ ਸਫ਼ਰ। ਸੋ ਸ਼ੁਰੂਆਤ ਜਿਹੜੀ ਪਹਿਲੀ ਖਬਰ ਦੀ ਕਰਨੀ ਹੈਗੀ ਆ ਅਸੀਂ ਜ਼ੀਰਾ ਦੀ ਕਰਨੀ ਹੈਗੀ ਆ ਕਿਉਂਕਿ ਮੈਂ ਤੁਹਾਨੂੰ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੀ ਕਿ ਕਿਸ ਤਰ੍ਹਾਂ ਦੀ ਅੱਜ ਟੈਨਸ਼ਨ ਵਾਲੀ ਸਥਿਤੀ ਬਣ ਗਈ ਉੱਥੇ। ਸੋ ਪੁਲਿਸ ਨੇ ਜਿਹੜੀ ਉੱਥੇ ਅੱਜ ਘੇਰਾਬੰਦੀ ਕੀਤੀ, ਬੈਰੀਕੇਡਿੰਗ ਕੀਤੀ, ਉਹ ਚੀਜ਼ ਜਿਹੜੀ ਹੈ ਕਿਸਾਨਾਂ ਨੇ ਬਰਦਾਸ਼ਤ ਨਹੀਂ ਕੀਤੀ ਤੇ ਕਿਸਾਨ ਜਿਹੜੇ ਨੇ ਆਪਣੀਆਂ ਗੱਡੀਆਂ ਦੇ ਉੱਤੇ ਚੜ੍ਹ ਗਏ। ਤੇ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਇੱਕ ਵੇਵ ਚੱਲ ਰਹੀ ਹੁੰਦੀ ਹੈ, ਗੁੱਸੇ ਵਾਲੀ ਵੇਵ ਚੱਲ ਰਹੀ ਹੁੰਦੀ ਹੈ ਕਿਉਂਕਿ ਉਧਰੋਂ ਪੁਲਿਸ ਲਾਠੀਚਾਰਜ ਕਰ ਰਹੀ ਸੀ, ਇਧਰੋਂ ਕਿਸਾਨ ਵੀ ਜਿਹੜੇ ਡੰਡੇ ਵਰਾ ਰਹੇ ਸਨ। ਸੋ ਦੋਵੇਂ ਪਾਸੇ ਜਿਵੇਂ ਕੋਈ ਜੰਗ ਦਾ ਮੈਦਾਨ ਹੁੰਦਾ ਹੈ ਉਹ ਪੂਰੀ ਪੂਰੀ ਤਸਵੀਰ ਬਣ ਕੇ ਸਾਹਮਣੇ ਆ ਗਈ ਸੀ। ਤੇ ਕਿਸਾਨ ਜਿਹੜੇ ਉਹ ਗੱਡੀ ਦੇ ਵਿੱਚ ਚੜੇ ਜਦੋਂ ਅੱਗੇ ਨੂੰ ਜਾ ਰਹੇ ਸਨ। ਹਾਲਾਂਕਿ ਜਿਹੜਾ ਧਰਨਾ ਸਥਲ ਹੈ ਉਤੋਂ ਟੀ ਪੁਆਇੰਟ ਦੇ ਕੋਲ ਸਨ, ਮਤਲਬ ਦੂਰੀ ਤੇ ਸਨ ਉਹ। ਤੇ ਜਦੋਂ ਉਹ ਜਾ ਰਹੇ ਸਨ ਉਸ ਸਾਈਡ ਤੇ ਬੈਰੀਕੇਡਿੰਗ ਕਿਉਂਕਿ ਤੋੜ ਚੁੱਕੇ ਸੀ, ਅੱਗੇ ਨੂੰ ਜਾ ਰਹੇ ਸਨ। ਰਸਤੇ ਨੂੰ ਲੈ ਕੇ ਸਾਰੀ ਗੱਲਬਾਤ ਜਿਹੜੀ ਤੇ ਗੜਬੜ ਜਿਹੜੀ ਉਹ ਹੋ ਰਹੀ ਸੀ ਤੇ ਜਾਂਦਿਆਂ ਉਹਨਾਂ ਨੇ ਜਦੋਂ ਪੁਲਿਸ ਵਾਲਿਆਂ ਨੇ ਅੱਗੇ ਆ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਾਲਿਆਂ ਦੇ ਪੈਰ ਜਿਹੜੇ ਨੇ ਉਹ ਕੁਚਲੇ ਗਏ। ਮਤਲਬ ਉਹਨਾਂ ਨੂੰ ਸੱਟਾਂ ਜਿਹੜੀਆਂ ਨੇ ਦੱਸਿਆ ਜਾ ਰਿਹਾ ਕਿ ਆਈਆਂ ਨੇ ਤੇ ਗੰਭੀਰ ਤੌਰ ਤੇ ਕੁਝ ਜ਼ਖਮੀ ਵੀ ਹੈਗੇ ਨੇ। ਸੋ ਅਜਿਹੇ ਵਿੱਚ ਇੱਕ ਸ਼ਖਸ ਨਜ਼ਰ ਆਇਆ, ਇੱਕ ਕਿਸਾਨ ਨਜ਼ਰ ਆਇਆ ਜਿਹੜਾ ਕਿ ਕੱਲਾ ਹੀ ਜਿਹੜਾ ਜੂਝਦਾ ਨਜ਼ਰ ਆਇਆ ਪੁਲਿਸ ਵਾਲਿਆਂ ਦੇ ਨਾਲ। ਉਹ ਡਰਿਆ ਨਹੀਂ, ਸਹਿਮਿਆ ਨਹੀਂ। ਸੋ ਅਜਿਹੀਆਂ ਕੁਝ ਤਸਵੀਰਾਂ ਜਿਹੜੀਆਂ ਉਹ ਨਜ਼ਰ ਆਈਆਂ ਹੈਗੀਆਂ। ਸੋ ਅਜਿਹੇ ਵਿੱਚ ਇੱਕ ਇਹ ਵੀ ਗੱਲ ਸੀਗੀ ਕਿ ਇੱਕ ਅੱਡ ਤੋਂ ਰਸਤਾ ਜਿਹੜਾ ਹੈ ਉਹ ਦਿੱਤਾ ਗਿਆ ਸੀਗਾ ਕਿ ਤੁਸੀਂ ਇਸ ਰਸਤੇ ਤੋਂ ਜਾਓ, ਇਸ ਰਸਤੇ ਤੋਂ ਜੋ ਕਰਨਾ ਕਰੋ। ਪਰ ਕਿਸਾਨ ਜਿਹੜੇ ਸੀ ਉਹ ਦੂਜੇ ਰਸਤੇ ਤੇ ਆਉਣ ਨੂੰ ਅੜੇ ਹੋਏ ਸੀਗੇ ਕਿਉਂਕਿ 144 ਲੱਗੀ ਹੋਈ ਹੈ। ਅੱਜ ਆਲਟਰਨੇਟ ਵੇ ਨੂੰ ਲੈ ਕੇ ਜਿਹੜਾ ਹੈ ਤੇ ਜਿਹੜੀ ਘੇਰਾਬੰਦੀ ਕੀਤੀ ਪੁਲਿਸ ਵੱਲੋਂ ਉਸ ਨੂੰ ਲੈ ਕੇ ਸਾਰਾ ਕੁਝ ਜਿਹੜਾ ਉਹ ਹੋਇਆ। ਸੋ ਅਜਿਹੇ ਵਿੱਚ ਜਿਹੜੀ ਲਾਠੀ ਚਾਰਜ ਹੋਇਆ, ਜਿਹੜਾ ਇਹ ਸਾਰਾ ਕੁਝ ਹੋਇਆ, ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਲੱਗਦਾ ਵੀ ਸੱਟਾਂ ਜਿਹੜੀਆਂ ਨੇ ਉਹ ਲੱਗੀਆਂ ਹੋਣੀਆਂ। ਸੋ ਬੀਤੀ 18 ਦਸੰਬਰ ਨੂੰ ਪੁਲਿਸ ਨੇ ਮੁੱਖ ਜਿਹੜਾ ਧਰਨਾ ਸਥਲ ਹੈ ਉਸ ਦੇ ਕਰੀਬ 1 ਕਿਲੋਮੀਟਰ ਦੂਰ ਚੱਲ ਰਹੇ ਧਰਨਾ ਪ੍ਰਦਰਸ਼ਨ ਨੂੰ ਤੁਹਾਨੂੰ ਪਤਾ ਹੀ ਆ ਵੀ ਇਹ ਚੱਕ ਦਿੱਤਾ ਸੀਗਾ, ਇਹਨੂੰ ਚੱਕ ਦਿੱਤਾ ਸੀ। ਤੇ ਉਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਦੇ ਵੱਲ ਪੁਲਿਸ ਦੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਹੈਗੀ ਆ। ਸੋ ਮੇਨ ਗੱਲ ਇਹ ਹੈ ਕਿ ਪੁਲਿਸ ਦੀਆਂ ਗੱਡੀਆਂ ਨੂੰ ਰੋਕਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੋਈ ਹੈਗੀ ਆ। ਸੋ ਅਜਿਹੇ ਵਿੱਚ ਇਸ ਤੇ ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਅਰੈਸਟ ਕੀਤਾ ਤੇ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ। ਸੋ ਕਾਰਵਾਈਆਂ ਜਿਹੜੀਆਂ ਉਹ ਨਾਲ ਦੀਆਂ ਨਾਲ ਚੱਲ ਰਹੀਆਂ ਨੇ ਇੱਥੇ ਕਿਉਂਕਿ ਪਿੰਡ ਦੇ ਜਿਹੜੇ ਲੋਕਾਂ ਨੂੰ ਕਿਸਾਨਾਂ ਵੱਲੋਂ ਮਤਲਬ ਇਹ ਵੀ ਕਿਹਾ ਗਿਆ ਸੀਗਾ ਕਿ ਆਸ-ਪਾਸ ਦੇ ਜਿਹੜੇ ਨੇ ਉਹ ਵਾਰੀ-ਵਾਰੀ ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚ ਰਹੇ ਹੈਗੇ ਨੇ ਤੇ ਇੱਕ ਸਾਈਡ ਤੇ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਤਾਂ ਕਰਕੇ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਗਈ ਕਿਉਂਕਿ ਉੱਥੇ ਪਾਠ ਚੱਲ ਰਿਹਾ ਸੀ। ਉਹ ਕਾਰਵਾਈ ਉੱਥੇ ਕਿਸੇ ਵੀ ਤਰ੍ਹਾਂ ਦੀ ਨਹੀਂ ਕੀਤੀ ਗਈ। ਸੋ ਇੱਥੇ ਜਿਹੜਾ ਮਾਹੌਲ ਰਿਹਾ ਉਹ ਕਾਫੀ ਸਖਤ ਰਿਹਾ। ਜਦੋਂ ਤਸਵੀਰਾਂ ਦੇਖੀਆਂ ਏਦਾਂ ਲੱਗ ਰਿਹਾ ਸੀਗਾ ਕਿ ਜਿਵੇਂ ਅਸੀਂ ਕੋਈ ਫਿਲਮ ਦਾ ਸੀਨ ਦੇਖ ਰਹੇ ਹੋਈਏ
ਤੇ ਇੱਥੇ ਏਡੇ ਕ ਸੈਨਿਕ ਜਿਹੜੇ ਨੇ ਇਕੱਠੇ ਕੀਤੇ ਗਏ ਹੋਣ, ਇੰਨਾ ਜ਼ਿਆਦਾ ਟੈਨਸ਼ਨ ਵਾਲਾ ਮਾਹੌਲ ਹੈਗਾ ਸੀ, ਇੰਨਾ ਜ਼ਿਆਦਾ ਅਪਸੈਟ ਕਰਨ ਵਾਲਾ ਮਾਹੌਲ ਹੈਗਾ ਸੀ। ਇਦਾਂ ਲੱਗ ਰਿਹਾ ਸੀ ਕਿ ਕੁਝ ਬਹੁਤ ਵੱਡਾ ਹੋ ਜਾਣਾ ਹੈਗਾ, ਕਿਉਂਕਿ ਰੋਜ਼ ਦੇ ਰੋਜ਼ ਅਸੀਂ ਤੁਹਾਨੂੰ ਇਹ ਤਸਵੀਰਾਂ ਜਦੋਂ ਦਿਖਾ ਰਹੇ ਹੈਗੇ ਆ, ਰੋਜ਼ ਦੇ ਰੋਜ਼ ਤੁਸੀਂ ਜਦੋਂ ਇਹ ਤਸਵੀਰਾਂ ਦੇਖ ਰਹੇ ਹੈਗੇ ਹੋ ਤੇ ਮਨ ਜਿਹੜਾ ਹੈ ਉਹ ਦਹਿਲ ਜਾਂਦਾ ਹੈ, ਮਨ ਦਹਿਲ ਜਾਂਦਾ ਹੈ। ਤੇ ਅੱਜ ਵੀ ਜਦੋਂ, ਕਿਉਂਕਿ ਗੱਡੀਆਂ ਦੇ ਉੱਪਰ ਚੜੇ ਹੋਏ ਕਿਸਾਨ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਏ ਹੋਣਗੇ, ਤੇ ਉਸ ਤੋਂ ਇਲਾਵਾ ਜਦੋਂ ਗੱਡੀਆਂ ਤੇ ਅੱਗੇ ਅੱਗੇ ਜਾਂਦੇ ਹੋਏ ਡਾਂਗਾ ਇਸ ਤਰ੍ਹਾਂ ਨਾਲ ਹੱਥਾਂ ਵਿੱਚ ਸਨ ਜਿਵੇਂ ਇਹ ਕੋਈ ਹਥਿਆਰ ਹੀ ਨਹੀਂ, ਜਿਹੜੇ ਝੰਡੇ ਸੀ ਉਹੀ ਡੰਡੇ ਬਣ ਗਏ, ਤੇ ਉਸ ਤੋਂ ਬਾਅਦ ਉਹੀ ਪੁਲਿਸ ਤੇ ਵਰੇ, ਤੇ ਅੱਗੋਂ ਪੁਲਿਸ ਨੇ ਵੀ ਇਸ ਦਰਮਿਆਨ ਲਾਠੀ ਚਾਰਜ ਜਿਹੜਾ ਹੈ ਉਹ ਕੀਤਾ। ਸੋ ਸਥਿਤੀ ਕਾਫੀ ਜ਼ਿਆਦਾ ਵੱਧ ਗਈ। ਅਸੀਂ ਕੱਲ ਤੱਕ ਦੱਸ ਰਹੇ ਸੀਗੇ ਕਿ 2000 ਪੁਲਿਸ ਮੁਲਾਜ਼ਮ ਜਿਹੜੇ ਆ ਉਹਨਾਂ ਦੀ ਤੈਨਾਤਗੀ ਕੀਤੀ ਗਈ ਹੈ, ਕਿਉਂਕਿ ਮਾਹੌਲ ਟੈਂਸ ਹੈਗਾ। ਸੋ ਅਜਿਹੇ ਵਿੱਚ ਇਹ ਜਿਹੜੀ 2000 ਦੀ ਤੈਨਾਤਗੀ ਉਹ ਵੀ ਕੁਝ ਨਹੀਂ ਕਰ ਸਕੀ, ਕਿਉਂਕਿ ਇਹ ਵੀ ਪ੍ਰਦਰਸ਼ਨ ਜਿਹੜਾ ਹੈ ਇਹ ਵੱਡਾ ਪ੍ਰਦਰਸ਼ਨ ਹੁੰਦਾ ਜਾ ਰਿਹਾ ਹੈ, ਬੇਹੱਦ ਵੱਡਾ ਪ੍ਰਦਰਸ਼ਨ ਹੁੰਦਾ ਜਾ ਰਿਹਾ ਹੈ, ਤੇ ਇਸ ਨੂੰ ਕੋਈ ਵੀ ਜਿਹੜਾ ਹੈ ਇਸ ਵਕਤ ਲਾਈਟਲੀ ਨਹੀਂ ਲੈ ਰਿਹਾ। ਮੀਡੀਆ ਚੈਨਲ ਪਹਿਲਾਂ ਉੱਥੇ ਨਹੀਂ ਪਹੁੰਚ ਰਹੇ ਸੀ, ਪਰ ਜਦੋਂ ਦੇਖਿਆ ਕਿ ਇਸ ਤਰ੍ਹਾਂ ਨਾਲ ਇੱਥੇ ਸਿਚੁਏਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਟੈਂਸ ਹੁੰਦੀ ਜਾ ਰਹੀ ਹੈ, ਫਿਰ ਮੀਡੀਆ ਵਾਲਿਆਂ ਨੇ ਵੀ ਉੱਥੇ ਪਹੁੰਚਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਸੋ ਅਜਿਹੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਜ਼ੀਰਾ ਧਰਨਾ ਪ੍ਰਦਰਸ਼ਨ ਹੈਗਾ ਉਹ ਕੌਮੀ ਪੱਧਰ ਤੱਕ ਵੀ ਹਾਈਲਾਈਟ ਹੋ ਚੁੱਕਾ ਹੈਗਾ, ਤੇ ਕੌਮਾਂਤਰੀ ਪੱਧਰ ਤੱਕ ਦੱਸਣ ਲਈ ਅਸੀਂ ਬੈਠੇ ਹੋਏ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਸਥਿਤੀ ਜਿਹੜੀ ਹੈ ਉਹ ਬਣੀ ਹੋਈ ਹੈਗੀ ਆ, ਤੇ ਇੱਥੇ ਜਿਹੜਾ ਹੱਲ ਨਿਕਲਣਾ ਬਹੁਤ ਹੱਦ ਤੱਕ ਛੇਤੀ ਤੋਂ ਛੇਤੀ ਜ਼ਰੂਰੀ ਆ। ਗੱਲ ਕਰਦੇ ਆ ਧਰਮ ਪਰਿਵਰਤਨ ਦੀ। ਪਿੱਛੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦਾ ਮੁੱਦਾ ਜਿਹੜਾ ਉਹ ਖਾਸਾ ਉੱਠਿਆ, ਤੇ ਇਸ ਤੇ ਅਜੇ ਵੀ ਗੱਲ ਹੋ ਰਹੀ ਹੈ। ਉਦੋਂ ਬਹੁਤ ਸਾਰੇ ਡੇਟਾਜ਼ ਆਏ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਚਰਚਜ਼ ਹੈਗੇ ਨੇ ਉਹਨਾਂ ਦੀ ਤਾਦਾਦ ਜਿਹੜੀ ਹੈ ਲਗਾਤਾਰ ਵੱਧਦੀ ਜਾ ਰਹੀ ਹੈਗੀ ਆ। ਫਿਰ ਉਸ ਤੋਂ ਬਾਅਦ ਇਹ ਵੀ ਗੱਲਾਂ ਆਈਆਂ ਕਿ ਇਹ ਪੈਸੇ ਦੇ ਕੇ ਜਾਂ ਹੋਰ ਤਰੀਕੇ ਦੇ ਨਾਲ ਬਹਿਲਾ ਫੁਸਲਾ ਕੇ ਜ਼ਬਰਦਸਤੀ ਜਿਹੜਾ ਹੈ ਜਬਰਨ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈਗਾ। ਸੋ ਇੱਥੇ ਨਾਲ ਦੇ ਨਾਲ ਇਹ ਵੀ ਗੱਲਾਂ ਆਈਆਂ ਸੀ ਕਿ ਛੱਤਾਂ ਦੇ ਉੱਪਰ ਚਰਚ ਜਿਹੜੇ ਨੇ ਖੁੱਲ ਰਹੇ ਨੇ, ਤੇ ਗੁਰਦਾਸਪੁਰ ਵਾਲਾ ਜਿਹੜਾ ਏਰੀਆ ਹੈਗਾ, ਬਟਾਲੇ ਵਾਲਾ ਜਿਹੜਾ ਏਰੀਆ ਹੈਗਾ, ਇਸ ਦੇ ਵਿੱਚ ਚਰਚਸ ਜਿਹੜੇ ਨੇ ਬਹੁਤ ਜ਼ਿਆਦਾ ਖੁੱਲ ਰਹੇ ਨੇ। ਤੇ ਇਹ ਡੇਟਾਜ਼ ਜਿਹੜੇ ਨੇ ਸਾਹਮਣੇ ਆਏ ਸੀ, ਕੁਝ BBC ਡੇਟਾਜ਼ ਲੈ ਕੇ ਆਇਆ ਸੀ, ਹੋਰ ਡੇਟਾਜ਼ ਜਿਹੜੇ ਸਾਹਮਣੇ ਆਏ ਸੀ, ਅਸੀਂ ਦਿਖਾਏ ਵੀ ਸੀ ਡੇਟਾਜ਼ ਕਿ ਕਿਸ ਤਰ੍ਹਾਂ ਦੇ ਨਾਲ ਧਰਮ ਪਰਿਵਰਤਨ ਜਿਹੜਾ ਹੈ ਉਹ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈਗਾ। ਧਰਮ ਪਰਿਵਰਤਨ ਤੇ ਜ਼ਬਰਨ ਧਰਮ ਪਰਿਵਰਤਨ ਇਹ ਦੋ ਵੱਖ-ਵੱਖ ਚੀਜ਼ਾਂ ਹੈਗੀਆਂ ਨੇ। ਤੁਸੀਂ ਜ਼ਬਰਦਸਤੀ ਜਦੋਂ ਕਿਸੇ ਦਾ ਧਰਮ ਜਿਹੜਾ ਹੈ ਉਹ ਚੇਂਜ ਕਰ ਦਿੰਦੇ ਹੋ, ਪਰ ਇੱਕ ਰਾਜ ਯਾਨੀ ਸਾਡੇ ਗੁਆਂਢੀ ਸੂਬੇ ਹਰਿਆਣਾ ਨੇ ਇੱਕ ਹੁਕਮ ਜਾਰੀ ਕੀਤਾ ਹੈਗਾ, ਤੇ ਇਸ ਕਾਨੂੰਨ ਦੇ ਤਹਿਤ ਹੁਣ ਧਰਮ ਪਰਿਵਰਤਨ ਜਿਹੜਾ ਹੈ ਉਹ ਇਦਾਂ ਨਹੀਂ ਹੋਣਾ ਹੈਗਾ, ਕਿਉਂਕਿ ਇਹ ਸਾਫ਼-ਸਾਫ਼ ਗੱਲ ਆਈ ਹੈ ਕਿ ਹਰਿਆਣਾ ਵਿੱਚ ਵਿਆਹ ਦੇ ਲਈ ਜੇ ਕੋਈ ਵਿਆਹ ਕਰਾਉਂਦਾ ਹੈਗਾ ਤੇ ਉਸ ਦੇ ਲਈ ਜੇ ਕੋਈ ਧਰਮ ਪਰਿਵਰਤਨ ਕਰ ਰਿਹਾ ਹੈ ਤੇ ਹੁਣ ਅਜਿਹਾ ਨਹੀਂ ਹੋਏਗਾ। ਗਵਰਨਰ ਨੇ ਇਸ ਕਾਨੂੰਨ ਨੂੰ ਜਿਹੜੀ ਹੈ ਉਹ ਮਨਜ਼ੂਰੀ ਦੇ ਦਿੱਤੀ ਹੈ ਕਿ ਹੁਣ ਇਸ ਤਰ੍ਹਾਂ ਧਰਮ ਪਰਿਵਰਤਨ ਜਿਹੜਾ ਹੈ ਇਹ ਤੁਸੀਂ ਬਿਲਕੁਲ ਨਹੀਂ ਕਰਾ ਸਕਦੇ ਹੈਗੇ। ਤੇ ਉਲੰਘਣ ਕਰਨ ਤੇ ਤੁਸੀਂ ਇਹ ਵੀ ਹੈਰਾਨ ਹੋਵੋਗੇ ਜਾਣ ਕੇ ਕਿ ਕਿੰਨਾ ਕੁਇਕ ਜਿਹੜਾ ਹੈ ਡਿਸੀਜਨ ਆਇਆ ਹੈਗਾ ਕਿ ਉਲੰਘਣ ਕਰਨ ਤੇ 10 ਸਾਲ ਤੱਕ ਦੀ ਸਜ਼ਾ ਜਿਹੜੀ ਉਹ ਹੋ ਸਕਦੀ ਹੈ। ਸੋ ਹਰਿਆਣਾ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਹਰਿਆਣਾ, ਕਿਉਂਕਿ ਸੁਪਰੀਮ ਕੋਰਟ ਨੇ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜ਼ਬਰਨ ਧਰਮ ਪਰਿਵਰਤਨ ਤੇ ਬੜੀ ਸੰਜੀਦਗੀ ਦਿਖਾਈ ਸੀ। ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਭਈ ਇਹ ਇਦਾਂ ਨਹੀਂ ਚੱਲਣਾ, ਇਹ ਤੇ ਸਾਰੇ ਦੇਖਣ ਕਿ ਕਿਵੇਂ ਕੀ ਕੁਝ ਹੋ ਰਿਹਾ ਹੈਗਾ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇੱਥੇ ਜਿਹੜੇ ਪਾਸਟਰ ਨੇ ਉਹਨਾਂ ਨੇ ਤਾਂ ਪੰਜਾਬ ਦੇ ਵਿੱਚ ਅੱਤ ਕੀਤੀ ਪਈ ਹੈਗੀ ਆ। ਹੁਣ ਜਿਸ ਦੇ ਕੋਲ ਖਾਣ ਨੂੰ ਰੋਟੀ ਨਾ ਹੋਵੇ, ਜਿਸ ਦੇ ਕੋਲ ਜਾਣ ਨੂੰ ਜੌਬ ਨਾ ਹੋਵੇ, ਜਿਸ ਦੇ ਘਰ ਪੈਸਾ ਨਹੀਂ ਆ ਰਿਹਾ ਹੋਵੇ, ਉਸ ਨੂੰ ਧਰਮ ਪਰਿਵਰਤਨ ਦੇ ਬਦਲੇ ਕੁਝ ਮਿਲ ਰਿਹਾ ਹੋਵੇ ਤਾਂ ਕੋਈ ਵੀ ਜਿਹੜਾ ਹੈ ਹਾਂ ਕਰ ਦੇਗਾ। ਸੋ ਅਜਿਹੇ ਵਿੱਚ ਇਸ ਨੂੰ ਵੀ ਜ਼ਬਰੀ ਹੀ ਮੰਨਿਆ ਜਾਂਦਾ ਜਦੋਂ ਤੁਸੀਂ ਕਿਸੇ ਦੀ ਸਿਚੁਏਸ਼ਨ ਦਾ ਫਾਇਦਾ ਜਿਹੜਾ ਹੈ ਉਹ ਚੱਕਦੇ ਹੈਗੇ ਹੋ। ਤੇ ਇਸੇ ਦਰਮਿਆਨ ਹੁਣ ਕੀ ਹੋਣਾ ਸ਼ੁਰੂ ਹੋ ਗਿਆ ਕਿ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਉਗਰ ਹੋਣਾ ਸ਼ੁਰੂ ਹੋ ਗਿਆ। ਕਦੀ ਨਿਹੰਗ ਜਥੇਬੰਦੀਆਂ ਵੱਲੋਂ, ਕਦੀ ਇੱਧਰ ਜਿਹੜਾ ਪਾਸਟਰ ਹੈ ਨਰੂਲਾ ਹੈਗਾ, ਫਿਰ ਉਹਦੇ ਵਰਸਸ ਅੰਮ੍ਰਿਤਪਾਲ ਹੋਣੀ ਸ਼ੁਰੂ ਹੋ ਗਈ। ਇਹ ਸਾਰਾ ਕੁਝ ਜਿਹੜਾ ਹੈ ਹੋਣਾ ਸ਼ੁਰੂ ਹੋ ਗਿਆ ਤੇ ਗਰਮ ਮਾਹੌਲ ਜਿਹੜਾ ਹੈ ਇੱਕ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇਹ ਧਰਮ ਪਰਿਵਰਤਨ ਇਹ ਡੇਟਾਜ਼ ਪੂਰੇ ਸਾਹਮਣੇ ਆਏ ਸੀਗੇ ਕਿ ਵਾਕਈ ਹੀ ਜ਼ਿਆਦਾ ਹੋ ਰਿਹਾ ਹੈਗਾ। ਪਰ ਹਰਿਆਣਾ ਨੇ ਇਸ ਤੇ ਜਿਹੜਾ ਹੈ ਕਦਮ ਚੱਕਿਆ ਹੈਗਾ। ਸੁਪਰੀਮ ਕੋਰਟ ਨੇ ਵੀ ਸੰਜੀਦਗੀ ਦਿਖਾਈ ਸੀ ਤੇ ਕਿਹਾ ਗਿਆ ਸੀ ਕਿ ਇਸ ਸਭ ਨੂੰ ਛੇਤੀ ਰੋਕਿਆ ਜਾਣਾ ਚਾਹੀਦਾ ਹੈਗਾ। ਹੁਣ ਇੱਥੇ ਕਿਹਾ ਵੀ ਹਰਿਆਣਾ ਵਿੱਚ ਹੁਣ ਵਿਆਹ ਦੇ ਲਈ ਧਰਮ ਪਰਿਵਰਤਨ ਕਰਨ ਦੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਹੋਏਗੀ। ਇਸ ਗੱਲ ਨੂੰ ਚੇਤੇ ਰੱਖਿਆ ਜਾਏ ਤੇ ਇਸ ਨਿਯਮ ਦਾ ਕੋਈ ਵੀ ਜੇ ਉਲੰਘਣ ਕਰਦਾ ਹੈ ਤਾਂ ਉਸ ਨੂੰ 3 ਤੋਂ 10 ਸਾਲ ਤੱਕ ਦੀ ਜੇਲ੍ਹ ਜਿਹੜੀ ਹੈ ਉਹ ਹੋ ਸਕਦੀ ਹੈ। ਸੋ ਅਜਿਹਾ ਹੁਣ
नहीं हो सकेगा। हरियाणा ने अजिहा कर दिता हैगा। सो अजिहे विच राज विच 4 साल के दौरान जबरन है जिहड़े धर्म परिवर्तन के 127 मामले सामने आए ने ते पंजाब दे विच ये मामले जिहड़े वो ज्यादा दसे जांदे ने। सो तां करके तां भी हरियाणा ने यह स्टैप जिहड़ा है चुक्या हैगा, जिस दे बाद सीएम मनोहर लाल खट्टर की अगुवाई वाली सरकार ने जिहड़ा हरियाणा विधि विरुद्ध धर्म परिवर्तन जिहड़ा निवारण नियम हैगा इन्हां दा 2022 बनाया, जिस तो हुण गवर्नर की मंजूरी जिहड़ी मिल गई है ते इसदा नोटिफिकेशन जिहड़ा है वो भी जारी कर दिता गया है। लेट नहीं कीता, नोटिफिकेशन जिहड़ा है वो भी जारी किया गया है। इस दे बाद धर्म परिवर्तन के लिए मतलब जानते पीड़ित लोग हुण कोर्ट की शरण जिहड़ी है वो लै सकणगे जे जबरदस्ती हुंदी है उन्हां नाल, ते कोर्ट पीड़ित ते आरोपी दी इनकम नूं ध्यान विच रख के उन्हां दा भरण पोषण ते कार्रवाई दा खर्चा जिहड़ा देण दा आदेश जिहड़ा है वो जारी कर सकेगी। ते एक चीज जिहड़ी मेन होर निकल के सामने आती है कि बच्चा होने के बाद भी कोर्ट की शरण जिहड़ी है वो लई जा सकेगी। कुछ लिस्ट है मेरे हाथ दे विच, कानून विच सजा दा जिहड़ा प्रावधान हैगा वो की होएगा, इस ते गल करनी बहुत ज्यादा जरूरी है कि की हैगा इस दे विच। पॉइंटर्स तुहानूं मैं दे दिंदी है कि पॉइंटर्स जिहड़े ने रिटन च आए हुए ने कि जबरन धर्म परिवर्तन विच 1 तो 5 साल तक जेल, एक तो यह गल हैगी आ, घट्टो घट 1 लाख रुपए जुर्माने की प्रोविजन जिहड़ी आ वो हैगी आ। ਵਿਆਹ ਦੇ ਲਈ ਧਰਮ ਲੁਕਾਉਣ ਤੇ मतलब ਜਦੋਂ ਅਸੀਂ ਵਿਆਹ ਕਰਦੇ ਆ ਕਈ ਵਾਰੀ ਇਦਾਂ ਹੁੰਦਾ ਕਿ ਅਸੀਂ ਧਰਮ ਲੁਕਾ ਲੈਂਦੇ ਆ, ਕਦੀ ਪਰਿਵਾਰ ਤੋਂ ਲੁਕਾ ਲੈਂਦੇ ਆ ਤੇ ਕਦੀ ਆਪਾਂ ਕੀ ਕਰਦੇ ਆ, ਕਦੀ ਆਪਾਂ ਅਗਲੇ ਆਪਣੇ ਪਾਰਟਨਰ ਤੋਂ ਵੀ ਲੁਕਾ ਲੈਂਦੇ ਹੈਗੇ, ਜਿਹੜਾ ਕਿ ਇੱਥੇ ਕ੍ਰਾਈਮ ਕੰਸੀਡਰ ਹੁੰਦਾ। ਵਿਆਹ ਦੇ ਲਈ ਧਰਮ ਲੁਕਾਉਣ ਤੇ 3 ਤੋਂ 10 ਸਾਲ ਦੀ ਜੇਲ੍ਹ, ਘੱਟੋ ਘੱਟ 3 ਲੱਖ ਰੁਪਏ ਦਾ ਜੁਰਮਾਨਾ ਲੱਗੇਗਾ ਤੇ ਸਮੂਹਿਕ ਧਰਮ ਪਰਿਵਰਤਨ ਵਿੱਚ 10 ਸਾਲ ਤੱਕ ਦੀ ਜੇਲ੍ਹ ਜਿਹੜੀ ਹੈ ਉਹ ਹੋ ਸਕਦੀ ਹੈਗੀ ਆ। ਸੋ ਹਰਿਆਣਾ ਦੇ ਵਿੱਚ ਇਸ ਦੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਜ਼ਾਹਿਰ ਤੌਰ ਤੇ ਜਾਰੀ ਜਿਹੜੀ ਹੈ ਕਰ ਦਿੱਤੀ ਗਈ ਹੈ। ਸੋ ਇੱਥੇ ਹੁਣ ਜ਼ਬਰਨ ਧਰਮ ਪਰਿਵਰਤਨ ਵਿਆਹ ਨੂੰ ਲੈ ਕੇ ਤਾਂ ਬਿਲਕੁਲ ਨਹੀਂ ਹੋ ਸਕਦਾ। ਹੁਣ ਜਿਹੜੀ ਇੱਕ ਖਬਰ ਦਾ ਜ਼ਿਕਰ ਕਰਨ ਲੱਗਿਆ, ਇਸ ਖਬਰ ਦੇ ਵਿੱਚ ਖਤਰਾ ਜਿਹੜਾ ਹੈ ਬਹੁਤ ਵੱਡਾ ਹੈ ਕਿਉਂਕਿ ਇਸ ਦੇ ਅੰਜਾਮ ਜਿਹੜੇ ਨੇ ਅਸੀਂ ਪਹਿਲਾਂ ਵੀ ਦੇਖ ਚੁੱਕੇ ਹੋਏ ਹਾਂ। ਸੋ ਅਸੀਂ ਇਸ ਖਬਰ ਨੂੰ ਥੋੜੀ ਸੰਜੀਦਗੀ ਦੇ ਨਾਲ, ਲੈਸ ਸੀਰੀਅਸਨੈਸ ਦੇ ਨਾਲ ਕਰ ਹੀ ਨਹੀਂ ਸਕਦੇ ਹੈਗੇ। ਇੱਥੇ ਮੋਗਾ ਦੇ ਇੱਕ ਸੁਨਿਆਰਾ ਹੈਗਾ ਤੇ ਫਾਈਨੈਂਸਰ ਹੈਗਾ, ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਆਈ ਹੈ ਤੇ ਇਹ ਜਿਹੜਾ ਧਮਕੀ ਦੇਣ ਵਾਲਾ ਆਪਣੇ ਆਪ ਨੂੰ ਅਰਸ਼ਦੀਪ ਡਾਲਾ ਕਹਿ ਰਿਹਾ ਹੈਗਾ, ਜਿਹੜਾ ਕੈਨੇਡਾ ਤੋਂ ਬੋਲਦਾ ਤੇ ਕੈਨੇਡਾ ਤੋਂ ਜਿਹੜਾ ਬੋਲਦਾ ਹੈ ਗੈਂਗਸਟਰ, ਕਿਉਂਕਿ ਅਰਸ਼ਦੀਪ ਡਾਲਾ ਜਿਹੜਾ ਹੈ ਉਸ ਦਾ ਨਾਂ ਤੇ ਸਾਰੇ ਜਾਣਦੇ ਹੈਗੇ ਨੇ। ਤੇ ਡਾਲਾ ਜਿਹੜਾ ਹੈ ਉਹ ਕਹਿ ਰਿਹਾ ਹੈਗਾ ਕਿ 4 ਦਿਨਾਂ ਦੇ ਅੰਦਰ ਅਸੀਂ ਤੈਨੂੰ ਮਾਰ ਮੁਕਾਵਾਂਗੇ, ਨਾ ਸਿਰਫ ਤੇਰੀਆਂ ਲੱਤਾਂ ਤੇ ਗੋਲੀਆਂ ਮਾਰਾਂਗੇ, तेरा परिवार भी खत्म कर देवांगे। ते इस तो बाद की हो रहा हैगा कि बच्चे जड़े ने स्कूल नहीं जा रहे, परिवार जड़ा है वो घर दे अंदर डकिया होया, कोई बाहर निकल नहीं रहा ते अजिहे विच 20 लाख दी रंगदारी जड़ी है वो मंगी गई हैगी है। ते जदों इस सुनियारे ने गगनदीप ने मना किया कि भी मैं ये पैसा नहीं देना ते उस तो बाद जानों मारन दी ते वो भी टाइम दिता है, डेडलाइन दी है कि 4 दिन के अंदर गोलियां नाल भुन देवांगे, ना सिर्फ तेनू भुनांगे तेरा परिवार भी खत्म कर देवांगे। सो ये जड़ी है उस बाद शिकायत जड़ी है दी गई हैगी आ। ये मामला जड़ा है ये बहुत सीरीयस मामला हैगा क्योंकि असी इस दे सिट्टे जड़े ने पहला भी देखे हैगे आ। अर्शदीप डाला है वो नहीं है, कैनेडा तो धमकी आई है नहीं आई कोई नहीं जानता, पर जो जिहियां धमकियां आंदियां ने उस तो बाद अंजाम जड़े ने असीं देखे ने, तां करके इत्थे सतर्क रहण दी लोड़ हैगी आ। बच्चियां नूं घरां दे विच डकना ये मजबूरी हो जाती हैगी आ क्योंकि जे अजिहा नहीं करांगे तां फिर खतरा जड़ा है वो आप बुलावांगे। सो जे विच तुहानूं दस दईए कि ये पूरी दी पूरी जिहड़ी गल है ਇਹ ਗਗਨਦੀਪ ਸਿੰਘ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਐਸਐਸਪੀ ਜਿਹੜੇ ਗੁਲਨੀਤ ਸਿੰਘ ਖੁਰਾਨਾ ਦੇ ਕੋਲ ਉਹਨਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ ਹੈਗੀ ਹੈ ਤੇ ਇਸ ਦੌਰਾਨ ਉਹਨਾਂ ਨੇ 2 ਲਿਖਤ ਸ਼ਿਕਾਇਤਾਂ ਜਿਹੜੀਆਂ ਨੇ ਉਹ ਪੁਲਿਸ ਅਧਿਕਾਰੀ ਨੂੰ ਸੌਂਪੀਆਂ ਨੇ। ਇੱਕ ਸ਼ਿਕਾਇਤ ਵਿੱਚ ਅਰਸ਼ਦੀਪ ਡਾਲਾ ਵੱਲੋਂ 20 ਲੱਖ ਰੁਪਏ ਦੀ ਰੰਗਦਾਰੀ ਮੰਗਣ ਦੀ ਜਾਣਕਾਰੀ ਦਿੱਤੀ ਹੈਗੀ ਹੈ ਤੇ ਜਦਕਿ ਇਹ ਨਵਾਂ ਅਸਲਾ ਲਾਇਸੈਂਸ ਜਾਰੀ ਕਰਨ ਸੰਬੰਧੀ ਇੱਕ ਜਿਹੜਾ ਹੈ ਉਹ ਵੀ ਪੱਤਰ ਦਿੱਤਾ ਹੈ। ਉਸਨੇ ਦੱਸਿਆ ਕਿ ਉਹ ਫਾਈਨੈਂਸ ਰੀਅਲ ਸਟੇਟ ਤੇ ਸੁਨਿਆਰੇ ਦਾ ਕੰਮ ਕਰਦਾ ਹੈ। ਸੋ ਤੁਸੀਂ ਆਪ ਸੋਚੋ ਕਿ ਜਿਸ ਨੂੰ ਇਹ ਕਿਹਾ ਗਿਆ ਹੋਵੇ ਕਿ 4 ਦਿਨ ਦੇ ਅੰਦਰ ਤੇਰੀ ਖੇਡ ਖਤਮ ਕਰ ਦੇਵਾਂਗੇ, ਤੈਨੂੰ ਮਾਰ ਮੁਕਾਵਾਂਗੇ, ਤੇਰੀਆਂ ਲੱਤਾਂ ਤੇ ਗੋਲੀਆਂ ਮਾਰਾਂਗੇ, ਤੇਰੇ ਪਰਿਵਾਰ ਨੂੰ ਖਤਮ ਕਰ ਦੇਵਾਂਗੇ, ਉਹ ਇਨਸਾਨ ਕਿੱਦਾਂ ਜੀ ਰਿਹਾ ਹੋਏਗਾ। ਬੱਚੇ ਜਿਹੜੇ ਨੇ ਉਹ ਬਾਹਰ ਤੱਕ ਨਹੀਂ ਨਿਕਲ ਸਕਦੇ ਘਰੋਂ,
ਮੁਸਕਰਾਹਟਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ, ਟੀਵੀ ਲੱਗਣੇ ਬੰਦ ਹੋ ਜਾਂਦੇ ਨੇ, ਹਰ ਪਾਸੇ ਖੌਫ ਦਾ ਸਾਇਆ ਜਿਹੜਾ ਉਹ ਮੰਡਰਾਉਂਦਾ ਹੈ। ਬੰਦਾ ਜਿੰਨੇ ਮਰਜ਼ੀ ਘਰ ਦੇ ਦਰਵਾਜ਼ੇ ਬੰਦ ਕਰ ਲਏ, ਲੌਕ ਲਗਾ ਲਏ, ਪਰ ਜਦੋਂ ਅਜਿਹੀ ਧਮਕੀ ਆ ਜਾਏ ਤਾਂ ਪੂਰਾ ਦਾ ਪੂਰਾ ਲਾਈਫ ਸਟਰਕਚਰ ਜਿਹੜਾ ਹੈ ਉਹ ਹਿਲ ਕੇ ਰਹਿ ਜਾਂਦਾ ਹੁੰਦਾ। ਹੁਣ ਇੱਥੇ ਪੁਲਿਸ ਨੂੰ ਆਪਣਾ ਕੰਮ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਕਿ ਜਿਹੜਾ ਆਮ ਨਾਗਰਿਕ ਹੈ ਉਹ ਸੁਰੱਖਿਅਤ ਮਹਿਸੂਸ ਕਰੇ, ਤੇ ਜਿਹੜੀਆਂ ਅਜਿਹੀਆਂ ਧਮਕੀਆਂ ਆਉਂਦੀਆਂ ਨੇ ਇਹਨਾਂ ਤੇ ਲਗਾਮ ਲਾਉਣ ਦੀ ਲਗਾਤਾਰ ਲੋੜ ਹੈਗੀ ਆ, ਕਿਉਂਕਿ ਜਿਹੜੇ ਕੈਨੇਡਾ ਤੋਂ ਵੀ ਕੰਮ ਕਰਾਉਂਦੇ ਆ, ਜਿਹੜੇ ਬਾਹਰੋਂ ਵੀ ਕੰਮ ਕਰਾਉਂਦੇ ਹੈਗੇ ਆ, ਭਾਵੇਂ ਪੰਜਾਬ ਤੋਂ, ਉਹਨਾਂ ਦੇ ਗੁਰਗੇ ਹੁੰਦੇ ਨੇ, ਉਹ ਆਪ ਨਹੀਂ ਆਉਂਦੇ, ਤੇ ਇਹਨਾਂ ਗੁਰਗਿਆਂ ਤੇ ਲਗਾਮ ਲੱਗਣਾ ਜਿਹੜਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਸੁਰੱਖਿਆ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਇੱਕ ਚੰਗੀ ਤੇ ਸਿਹਤਮੰਦ ਜ਼ਿੰਦਗੀ ਜਿਹੜੀ ਹੈ ਉਹ ਜੀ ਸਕਣ, ਜਿਹੜੇ ਕਿ ਹੁਣ ਤੱਕ ਖੌਫ ਦੇ ਸਾਏ ਦੇ ਵਿੱਚ ਹੈਗੇ ਆ। ਸੋ ਬੱਚੇ ਸਕੂਲ ਤੱਕ ਨਹੀਂ ਜਾ ਰਹੇ, ਇਹ ਸੁਣਨ ਚ ਕਿੰਨੀ ਛੋਟੀ ਗੱਲ ਲੱਗਦੀ, ਕੋਈ ਨਹੀਂ ਬੱਚੇ ਸਕੂਲ ਨਹੀਂ ਜਾ ਰਹੇ, ਪਰ ਇਹ ਕਿੰਨੀ ਵੱਡੀ ਗੱਲ ਹੈ ਕਿ ਹਰ ਕੋਈ ਨਿੱਕੇ ਨਿੱਕੇ ਬੱਚੇ ਵੀ ਘਰ ਦੇ ਅੰਦਰ ਡੱਕੇ ਗਏ ਹੋਣ ਤੇ ਇਸ ਖੌਫ ਦੇ ਅੰਦਰ ਕਿਸੇ ਨੂੰ ਰਹਿਣਾ ਪਏ। ਸੋ ਇੱਥੇ ਇੱਕ ਵਾਰੀ ਫੇਰ ਤੋਂ ਮਾਹੌਲ ਨੂੰ ਦੂਜੇ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੀਵਾਰਾਂ ਦੇ ਉੱਤੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਇੱਕ ਕਾਲਜ ਦੀਆਂ ਦੀਵਾਰਾਂ ਦੇ ਉੱਤੇ ਨਾਰੇ ਜਿਹੜੇ ਨੇ ਉਹ ਲਿਖੇ ਗਏ ਨੇ, ਤੇ ਨਾਲ ਦੇ ਨਾਲ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜਿਹੜੀ ਆ ਉਸ ਨੂੰ ਰੋਕਣ ਦੀ ਗੱਲ ਜਿਹੜੀ ਕਹੀ ਗਈ ਹੈਗੀ ਆ, ਕਿ ਇਹ ਧਮਕੀ ਦਿੱਤੀ ਹੈ ਕਿ ਇਸ ਨੂੰ ਅਸੀਂ ਰੋਕ ਦੇਵਾਂਗੇ, ਤੇ ਇਹ ਸਭ ਕੁਝ ਜਿਹੜੀ ਕਰਨ ਦੀ ਜ਼ਿੰਮੇਵਾਰੀ ਲਈ ਹੈਗੀ ਆ ਇਹ SFJ ਨੇ ਲਈ ਹੈਗੀ ਆ, ਗੁਰਪਤਵੰਤ ਪੰਨੂ ਨੇ ਇਸ ਦੀ ਜ਼ਿੰਮੇਵਾਰੀ ਲਈ ਗਈ ਆ। ਤੇ ਇਹ ਦੀਵਾਰਾਂ ਦੇ ਨਾਰੇ ਜਿਹੜੇ ਨੇ ਉਹ ਲਿਖੇ ਗਏ ਆ, ਤੇ ਨਾਲ ਦੇ ਨਾਲ ਰਾਹੁਲ ਗਾਂਧੀ ਤੇ ਇੰਦਰਾ ਗਾਂਧੀ ਬਾਰੇ ਜਿਹੜੀ ਮਾੜੀ ਸ਼ਬਦਾਵਲੀ ਵਰਤੀ ਗਈ ਹੈ। ਇਸ ਦੇ ਇਲਾਵਾ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਇੱਥੇ ਹਥਿਆਰਾਂ ਦਾ ਮੁੱਦਾ ਇੱਕ ਵਾਰੀ ਫਿਰ ਤੋਂ ਚੱਕਿਆ, ਕਿਹਾ ਗਿਆ ਕਿ ਇਹ ਗੱਲ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਮੰਨੀ ਕਿ ਸਿੱਖ ਜਿਹੜੇ ਨੇ ਉਹ ਮਹਿਫੂਜ਼ ਨਹੀਂ ਤੇ ਹਰ ਕਿਸੇ ਨੂੰ ਹਥਿਆਰ ਜਿਹੜੇ ਉਹ ਰੱਖਣੇ ਚਾਹੀਦੇ ਨੇ। ਸੋ ਇੱਥੇ ਇੱਕ ਵਾਰੀ ਫਿਰ ਤੋਂ ਉਸ ਗੱਲ ਦਾ ਜ਼ਿਕਰ ਜਿਹੜਾ ਹੈ ਕੀਤਾ ਗਿਆ ਕਿ ਹਥਿਆਰ ਜਿਹੜੇ ਉਹ ਸਾਰੇ ਰੱਖਣ। ਸੋ ਬਹੁਤ ਸਾਰੇ ਲੋਕ ਇਸ ਨੂੰ ਸਹੀ ਵੀ ਮੰਨਦੇ ਨੇ, ਬਹੁਤ ਸਾਰੇ ਲੋਕ ਇਸ ਨੂੰ ਗਲਤ ਵੀ ਮੰਨਦੇ ਹੈਗੇ ਆ, ਪਰ ਕਾਨੂੰਨ ਦਾ ਦਾਇਰਾ ਕੀ ਕਹਿੰਦਾ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਦੋਂ ਅਸੀਂ ਕਿਸੇ ਡੈਮੋਕ੍ਰੇਸੀ 'ਚ ਰਹਿ ਰਹੇ ਹੈਗੇ ਆ। ਸੋ ਇਹ ਨਾਰੇ ਜਿਹੜੇ ਆ ਇਹ ਨਜ਼ਰ ਆਏ ਹੈਗੇ ਆ, ਗੁਰਪਤਵੰਤ ਪੰਨੂ ਨੇ ਇਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਲਈ ਹੈਗੀ ਆ। ਸ੍ਰੀ ਮੁਕਤਸਰ ਸਾਹਿਬ ਦੇ ਗਵਰਨਮੈਂਟ ਕਾਲਜ ਦੀਆਂ ਦੀਵਾਰਾਂ ਤੇ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਰਾਤ ਦੇ ਵਕਤ ਜਿਹੜੇ ਉਹ ਨਾਰੇ ਲਿਖੇ ਗਏ ਹੈਗੇ ਨੇ। ਤੇ ਪੰਨੂ ਨੇ ਆਪਣੇ ਸੰਦੇਸ਼ ਵਿੱਚ ਇੱਕ ਵਾਰੀ ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਜ਼ਿਕਰ ਕੀਤਾ ਹੈ ਤੇ ਹਥਿਆਰਾਂ ਦੇ ਬਿਆਨ ਨੂੰ ਯਾਦ ਕਰਾਇਆ, ਤੇ ਨਾਲ ਜਿਹੜੀ ਭਾਰਤ ਜੋੜੋ ਯਾਤਰਾ ਜਿਹੜੀ ਕਿ ਬੜੀ ਹੀ ਭੀੜ ਦੇ ਵਿੱਚ ਨਿਕਲ ਕੇ ਜਾਂਦੀ ਹੈਗੀ ਆ, ਜਿਹੜੀ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਸ ਦੇ ਵਿੱਚ ਜੁੜ ਰਹੇ ਹੈਗੇ ਆ। ਅੱਜ CM ਜਿਹੜੇ ਚਰਨਜੀਤ ਸਿੰਘ ਚੰਨੀ ਉਹ ਵੀ ਇਸ ਯਾਤਰਾ ਦੇ ਵਿੱਚ ਦਿਖਾਈ ਦਿੱਤੇ, ਉਹਨੇ ਇਸ ਯਾਤਰਾ ਨੂੰ ਬੰਦ ਕਰਨ ਲਈ ਕਿਹਾ ਹੈਗਾ। ਅੱਜ ਵੀ ਕਹਿੰਦੇ ਵੀ ਦਿੱਲੀ ਵਿੱਚ ਮਾਰੇ ਗਏ ਸਿੱਖਾਂ ਦੀਆਂ ਵਿਧਵਾਵਾਂ ਜਿਹੜੀਆਂ ਨੇ ਉਹਨਾਂ ਦੀ ਗਲੀ ਹੈਗੀ ਆ, ਭਾਰਤ ਜੋੜੋ ਯਾਤਰਾ ਨੂੰ ਪੰਜਾਬ ਵਿੱਚ ਰੋਕਿਆ ਜਾਏਗਾ। ਰੋਕਣ ਨੂੰ ਕਿਹਾ ਨਹੀਂ ਹੈਗਾ ਕਿ ਰੋਕ ਦਿਓ, ਉਹ ਇਹ ਕਹਿ ਰਿਹਾ ਹੈ ਕਿ ਇਸ ਨੂੰ ਰੋਕਿਆ ਜਾਏਗਾ, ਉਹ ਵੀ ਧਮਕੀ ਭਰੇ ਲਹਿਜ਼ੇ ਦੇ ਵਿੱਚ। ਸ੍ਰੀ ਮੁਕਤਸਰ ਸਾਹਿਬ ਦੇ ਕਾਲਜ ਦੀਆਂ ਦੀਵਾਰਾਂ ਤੇ ਵੀ ਲਿਖਿਆ ਗਿਆ ਕਿ ਇੰਦਰਾ ਠੋਕੀ ਸੀ, ਰਾਹੁਲ ਠੋਕਾਂਗੇ। ਸੋ ਇਹ ਅਜਿਹੀ ਸ਼ਬਦਾਵਲੀ ਜਿਹੜੀ ਹੈ ਉਹ ਇਸਤੇਮਾਲ ਕੀਤੀ ਗਈ ਹੈ ਦੀਵਾਰਾਂ ਦੇ ਉੱਤੇ। ਇਹ ਸ੍ਰੀ ਮੁਕਤਸਰ ਸਾਹਿਬ ਦੀ ਗੱਲ ਹੈਗੀ ਆ ਤੇ ਸਰਕਾਰੀ ਕਾਲਜ ਦੀਆਂ ਦੀਵਾਰਾਂ ਤੇ ਇਹ ਸਭ ਕੁਝ ਜਿਹੜਾ ਉਹ ਲਿਖਿਆ ਗਿਆ। ਇੱਕ ਮਾਂ ਆਪਣੇ ਬੱਚੇ ਵਾਸਤੇ ਕੀ ਨਹੀਂ ਕਰਦੀ ਹੈਗੀ, ਅੱਜ ਇੱਕ ਮਾਂ ਨੇ ਆਪਣੇ ਬੱਚੇ ਵਾਸਤੇ ਉਹ ਕੀਤਾ ਜੋ ਹਰ ਮਾਂ ਕਰ ਨਹੀਂ ਸਕਦੀ। ਮੋਗਾ ਤੋਂ ਰਹਿਣ ਵਾਲੀ ਇਹ ਮਾਂ ਇਹ ਆਪਣੇ ਪੁੱਤ ਨੂੰ ਫਰੀਦਕੋਟ ਜੇਲ੍ਹ 'ਚ ਮਿਲਣ ਗਈ ਸੀ, ਤੇ ਜਦੋਂ ਫਰੀਦਕੋਟ ਜੇਲ੍ਹ 'ਚ ਮਿਲਣ ਗਈ ਤੇ ਕੰਬਲ ਦੀਆਂ ਜਿਹੜੀਆਂ ਕੰਨੀਆਂ ਹੁੰਦੀਆਂ ਉਸ ਦੇ ਵਿੱਚ ਨਸ਼ਾ ਲੁਕਾਇਆ ਹੋਇਆ ਸੀ, ਨਸ਼ੇ ਦੀਆਂ ਪੂੜੀਆਂ ਜਿਹੜੀਆਂ ਉਹ ਲੁਕਾਈਆਂ ਹੋਈਆਂ ਸੀ ਤੇ ਉਹ ਪੁੱਤ ਨੂੰ ਦੇਣ ਗਈ ਸੀ। ਸੋ ਅਜਿਹੇ ਵਿੱਚ ਜਦੋਂ ਫੜ ਲਈ ਗਈ ਤੇ ਇਹ ਪਤਾ ਲੱਗਿਆ ਕਿ ਇਹ ਮਾਮਲਾ ਇਸ ਤੇ ਪਹਿਲਾ ਮਾਮਲਾ ਨਹੀਂ ਹੈਗਾ, ਇਹ ਪਹਿਲਾਂ ਵੀ ਨਸ਼ਾ ਫੜਾਉਣ ਜਿਹੜਾ ਆ ਚੁੱਕੀ ਹੈਗੀ ਆ, ਤੇ ਹੁਣ ਪੁਲਿਸ ਕਹਿ ਰਹੀ ਹੈ ਕਿ ਰਿਮਾਂਡ ਤੇ ਲਵਾਂਗੇ। 2 ਲੋਕਾਂ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਹੈ, ਰਿਮਾਂਡ ਤੇ ਲਵਾਂਗੇ ਤੇ ਪੁੱਛਾਂਗੇ ਕਿ ਨਸ਼ਾ ਆਉਂਦਾ ਕਿੱਥੋਂ ਆ, ਕੌਣ ਇਹ ਸਾਰਾ ਕੁਝ ਪ੍ਰਬੰਧ ਜਿਹੜਾ ਕਰਕੇ ਦਿੰਦਾ। ਇਹ ਕੰਬਲ ਦੀਆਂ ਕੰਨੀਆਂ ਦੇ ਵਿੱਚ ਪਾਣਾ ਹੈ ਸਿਰਫ ਇੱਕ ਮਾਂ ਦਾ ਦਿਮਾਗ ਨਹੀਂ ਹੋ ਸਕਦਾ ਹੈ, ਪਿੱਛੇ ਹੋਰ ਕੌਣ ਹੋ ਸਕਦਾ ਹੈ, ਇਹ ਸਾਰਾ ਕੁਝ ਜਿਹੜਾ ਇਹ ਪੁਲਿਸ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ। ਸੋ ਖਬਰ ਇਸ ਦੇ ਵਿੱਚ ਮਾਂ ਦੀ ਮਮਤਾ ਹੈਗੀ ਆ, ਇਸ ਦੇ ਵਿੱਚ ਪੁੱਤ ਜਿਹੜਾ ਹੈ ਉਹ ਕੋਈ ਜ਼ਬਰਨ ਕੁਛ ਕਰ ਰਿਹਾ ਹੋਣਾ ਜਾਂ ਪੁੱਤ ਦੀ ਜ਼ਿੱਦ ਹੈਗੀ ਆ। ਇਸ ਖਬਰ ਦੇ ਵਿੱਚ ਹੈ ਕਿ ਮਾਂ ਦਾ
ਜਿਹੜਾ ਇੱਥੇ ਪਹਿਲੂ ਦੇਖਣ ਵਾਲਾ ਉਹ ਕੀ ਕਹਿੰਦਾ ਹੈਗਾ ਕਿ ਜੇ ਮਾਂ ਆਪਣੇ ਪੁੱਤ ਵਾਸਤੇ ਅਜਿਹਾ ਕਰ ਰਹੀ ਹੈ ਤੇ ਕੀ ਇਹ ਜਸਟੀਫਾਈਡ ਹੈ। ਸੋ ਹਰ ਇੱਕ ਕੀਤੀ ਜਸਟੀਫਾਈਡ ਹੋ ਨਹੀਂ ਸਕਦੀ ਹੈਗੀ। ਜੇ ਮਾਂ ਅਜਿਹਾ ਕਾਰਾ ਕਰ ਰਹੀ ਹੈ, ਜੇਲ੍ਹ ਦੇ ਵਿੱਚ ਕੰਬਲ ਦੀਆਂ ਕੰਨੀਆਂ ਦੇ ਵਿੱਚ ਪਾ ਕੇ ਨਸ਼ਾ ਦੇ ਰਹੀ ਹੈ, ਤੇ ਇਸ ਨੂੰ ਕਿਸੇ ਵੀ ਤਰੀਕੇ ਨਾਲ ਮਮਤਾ ਤੇ ਠਹਿਰਾਇਆ ਨਹੀਂ ਜਾ ਸਕਦਾ, ਜਾਇਜ਼ ਠਹਿਰਾਇਆ ਹੀ ਨਹੀਂ ਜਾ ਸਕਦਾ। ਜਾਂਦਿਆਂ ਜਾਂਦਿਆਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ, ਇਜਾਜ਼ਤਾਂ ਵੀ ਲੈਣੀਆਂ ਹੈਗੀਆਂ, ਪਰ ਜਾਣ ਤੋਂ ਪਹਿਲਾਂ ਵੀ ਥੋੜੀ ਜਿਹੀ ਲਾਈਟ ਗੱਲ ਹੋਣੀ ਜ਼ਰੂਰੀ ਹੈ, ਕਿਉਂਕਿ ਖਬਰਾਂ ਅੱਜ ਦੀਆਂ ਬਥੇਰੀਆਂ ਹੈਵੀ ਸੀਗੀਆਂ ਤੇ ਦਿਮਾਗ ਜਿਹੜਾ ਹੈ ਜਦੋਂ ਪੂਰਾ ਦਿਨ ਖਬਰਾਂ ਦੇ ਵਿੱਚ ਰਹੀਦਾ ਨਾ ਤੇ ਇਦਾਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਆਸ-ਪਾਸ ਕੁਝ ਚੰਗਾ ਹੋ ਹੀ ਨਹੀਂ ਰਿਹਾ। ਸੋ ਜਾਂਦਿਆਂ ਜਾਂਦਿਆਂ ਐਕਸ ਸੀਐਮ ਚੰਨੀ ਦੀ ਬੱਕਰੀ ਬਾਰੇ ਗੱਲ ਕਰ ਲੈਂਦੇ ਆ। ਅੱਜ ਸੈਸ਼ਨ ਦੇ ਵਿੱਚ ਬੱਕਰੀ ਦਾ ਜ਼ਿਕਰ ਹੋਇਆ, ਜਿਸ ਦੇ ਵਿੱਚ ਸੰਜੀਵ ਬਲਿਆਣ ਜਿਹੜੇ ਹੈਗੇ ਨੇ ਫਿਸ਼ਰੀਜ਼ ਤੇ ਐਨੀਮਲ ਹਸਬੈਂਡਰੀ ਦੇ ਮੰਤਰੀ ਹੈਗੇ ਆ ਤੇ ਨਾਲੋਂ ਨਾਲ ਮੁਜ਼ੱਫਰਨਗਰ ਤੋਂ ਲੋਕ ਸਭਾ ਮੈਂਬਰ ਵੀ ਆ। ਉਹਨਾਂ ਨੇ ਬੱਕਰੀ ਦਾ ਜ਼ਿਕਰ ਕੀਤਾ ਤੇ ਬੱਕਰੀ ਦੀ ਜਦੋਂ ਗੱਲ ਕੀਤੀ ਤੇ ਚੰਨੀ ਸਾਹਿਬ ਤੇ ਉਹਨਾਂ ਨੇ ਤੰਜ਼ ਕੀਤਾ ਕਿ ਪੰਜਾਬ ਦੇ ਵਿੱਚ ਤਾਂ ਇੱਥੇ ਕਿਸਾਨ ਜਿਹੜੇ ਨੇ ਉਹਨਾਂ ਦੀ ਬੱਕਰੀ 5 ਲੀਟਰ ਦੁੱਧ ਦਊਗੀ, ਕਿਉਂਕਿ ਕਿਹਾ ਗਿਆ ਸੀਗਾ ਕਿ 5 ਲੀਟਰ ਦੁੱਧ ਜਿਹੜਾ ਹੈ ਉਹ ਬੱਕਰੀ ਦਿਆ ਕਰੂਗੀ। ਉਹ ਕਹਿੰਦੇ ਕਿਸਾਨਾਂ ਦੀ ਬੱਕਰੀ ਜਿਹੜੀ ਆ ਉਹ ਦੁੱਧ ਜਿਹੜਾ ਉਹ ਜ਼ਿਆਦਾ ਦਿੰਦੀ ਹੈ ਤੇ ਸਰਕਾਰ ਦੀ ਬੱਕਰੀ ਜਿਹੜੀ ਆ ਉਹ ਦੁੱਧ ਦਿੰਦੀ ਹੀ ਨਹੀਂ। ਉਹਦੇ ਫਿਰ ਜਿਹੜੇ ਸਭਾਪਤੀ ਹੈਗੇ ਨੇ ਉਹ ਵੀ ਵਿੱਚ ਉਹਨਾਂ ਨੇ ਜਿਹੜਾ ਹੈ ਉਹ ਚਟਕਾਰੇ ਲੈ ਲਏ। ਸੋ ਸੈਸ਼ਨ ਦੇ ਵਿੱਚ ਮਾਹੌਲ ਜਿਹੜਾ ਹੈ ਬੱਕਰੀ ਨੂੰ ਲੈ ਕੇ ਉਹ ਕਾਫੀ ਕਾਮਿਕ ਜਿਹਾ ਹੋ ਗਿਆ, ਮਤਲਬ ਹਾਸਾ ਪੈ ਗਿਆ ਸੈਸ਼ਨ ਦੇ ਵਿੱਚ। ਸੋ ਜਿਹਦੇ ਵਿੱਚ ਭਾਵੇਂ ਸਾਡੇ ਐਕਸ ਸੀਐਮ ਜਿਹੜੇ ਹੈਗੇ ਆ ਉਹ ਸੀਐਮ ਨਾ ਹੋਣ, ਐਕਸ ਸੀਐਮ ਹੀ ਹੋਣ, ਕੁਝ ਹੀ ਵਕਤ ਲਈ ਰਹੇ ਹੋਣ, ਪਰ ਉਹਨਾਂ ਦੀ ਬੱਕਰੀ ਜਿਹੜੀ ਆ ਉਹ ਸਦੀਆਂ ਤੱਕ ਯਾਦ ਕੀਤੀ ਜਾਏਗੀ, ਕਿਉਂਕਿ ਉਹ ਚੰਨੀ ਸਾਹਿਬ ਦੀ ਬੱਕਰੀ ਸੀ, 5 ਲੀਟਰ ਦੁੱਧ ਦੇਣਾ ਸੀ ਡੇਲੀ ਉਹਨਾਂ ਨੇ, ਤੇ ਉਹਨੂੰ ਹਮੇਸ਼ਾ ਲਈ ਯਾਦ ਕੀਤਾ ਜਾਏਗਾ। ਮੈਨੂੰ ਲੱਗਦਾ ਕਿ ਬੱਕਰੀ ਜਿਹੜੀ ਆ ਉਹ ਤੇ ਅਮਰ ਹੀ ਹੋਊਗੀ। ਸੋ ਜਿਹੇ ਵਿੱਚ ਮੀਮਸ ਜਿਹੜੀਆਂ ਉਹ ਬਥੇਰੀਆਂ ਬਣੀਆਂ। ਹੁਣ ਚੰਨੀ ਸਾਹਿਬ ਜਦੋਂ ਵਾਪਸ ਆ ਗਏ ਨੇ ਤੇ ਉਹਨਾਂ ਦਾ ਜ਼ਿਕਰ ਵੀ ਜਿਹੜਾ ਹੈ ਉਹ ਹੋਰ ਵੀ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ। ਜਿੱਤੇ ਮਜੀਠੀਆ ਸਾਹਿਬ ਜਦੋਂ ਅਗਲੀ ਕਾਨਫਰੰਸ ਕਰਨੀ ਆ ਉਹਨਾਂ ਨੇ ਫਿਰ ਕਹਿਣਾ ਆ ਕਿ ਵੀ ਮੇਰੇ ਕੋਲ ਤੇ ਇੱਕ ਵੀਡੀਓ ਹੈਗੀ ਹੈ ਚੰਨੀ ਸਾਹਿਬ ਦੀ। ਹੁਣ ਪੱਤਰਕਾਰ ਉਹਨਾਂ ਨੂੰ ਕਹਿਣ ਵੀ ਤੁਸੀਂ ਕਹਿੰਦੇ ਸੀ ਵੀ ਇੱਕ ਵੀਡੀਓ ਹੈਗੀ ਹੈ, ਜਦੋਂ ਬਾਹਰ ਨਹੀਂ ਆਉਣਗੇ, ਵਿਦੇਸ਼ ਤੋਂ ਆਉਣਗੇ ਤੇ ਉਹ ਆਪਾਂ ਵੀਡੀਓ ਜਿਹੜੀ ਹੈ ਉਹ ਦਿਖਾਵਾਂਗੇ। ਤੇ ਹੁਣ ਉਹ ਜਿਹੜੀ ਕਿਹੜੀ ਵੀਡੀਓ, ਵੀ ਸਾਨੂੰ ਵੀ ਦਿਖਾਓ ਕਿਹੜੀ ਵੀਡੀਓ ਰੱਖੀ ਹੋਈ ਹੈ। ਸੋ ਜਦੋਂ ਸਾਬਕਾ ਸੀਐਮ ਚੰਨੀ ਦੀ ਗੱਲ ਆਉਂਦੀ ਹੈਗੀ ਆ, ਉਹ ਖੁਦ ਉਹਨਾਂ ਦਾ ਅੰਦਾਜ਼ ਜਿਹੜਾ ਹੁਣ ਸੰਜੀਦਗੀ ਭਰਿਆ ਨਜ਼ਰ ਆਉਂਦਾ, ਪਰ ਉਹਨਾਂ ਤੇ ਗੱਲ ਕਰਨ ਵਾਲੇ ਉਹਨਾਂ ਦੇ ਤੰਜ਼ ਕੱਸਦੇ ਹੀ ਨਜ਼ਰ ਆਉਂਦੇ ਨੇ। ਸੋ ਵੇਲਾ ਇਹ ਜਾਣਦਾ ਹੈ ਤੇ ਜਦੋਂ ਹੁਣ ਅਸੀਂ ਵਾਪਸ ਆਵਾਂਗੇ ਕੱਲ ਨੂੰ ਤੇ ਹੋਰ ਖਬਰਾਂ ਹੋਣਗੀਆਂ। ਭੁੱਲ ਚੁੱਕ ਜਿਹੜੀ ਹੈ ਕੁਝ ਹੋ ਜਾਂਦੀ ਹੈ, ਕਦੀ ਕੁਝ ਆਡੀਓ ਵੀਡੀਓ 'ਚ ਦਿੱਕਤ ਵੀ ਹੋ ਜਾਂਦੀ ਹੈਗੀ ਹੈ, ਪਰ ਖਬਰਾਂ 'ਚ ਦਿੱਕਤ ਨਾ ਹੋਏ ਇਸ ਗੱਲ ਦਾ ਧਿਆਨ ਜਿਹੜਾ ਹੈ ਮੈਂ ਰੱਖਦੀ ਹਾਂ। ਕੋਸ਼ਿਸ਼ ਕਰਦੀ ਹਾਂ ਕਿ ਤੁਹਾਨੂੰ ਹਰ ਇੱਕ ਖਬਰ ਨਾਲ ਤਾਰਫ ਕਰਾਇਆ ਜਾਏ, ਕਿਉਂਕਿ ਇਹ ਵੀ ਦੇਖ ਲਈਦਾ ਹੈ ਕਿ ਜਿਹੜਾ ਤੁਸੀਂ ਪਿਛਲਾ ਪ੍ਰੋਗਰਾਮ ਦੇਖਿਆ ਆ ਉਸ ਦੇ ਵਿੱਚ ਖਬਰਾਂ ਜਿਹੜੀਆਂ ਜਾ ਚੁੱਕੀਆਂ ਹੋਣ ਉਸ ਤੇ ਜ਼ਿਕਰ ਜ਼ਿਆਦਾ ਨਹੀਂ ਕਰੀਦਾ ਹੈਗਾ। ਪਰ ਇੰਨੀ ਗੱਲ ਜ਼ਰੂਰ ਹੈ ਕਿ ਕੁਝ ਇੱਕ ਗੱਲਾਂ ਜਿਹੜੀਆਂ ਨੇ ਉਹ ਦੁਬਾਰਾ ਕਰਨੀਆਂ ਜ਼ਰੂਰੀ ਹੁੰਦੀਆਂ ਨੇ, ਨਹੀਂ ਤੇ ਮੇਰਾ ਸ਼ੋਅ ਜਿਹੜਾ ਹੈ ਮੁਕੰਮਲ ਨਹੀਂ ਹੁੰਦਾ ਹੈਗਾ। ਤੇ ਨਾਲੇ ਮੇਰੀ ਇਨਫੋਰਮੇਸ਼ਨ ਜਿਹੜੀ ਹੈ ਫਸਟ ਹੈਂਡ ਇਨਫੋਰਮੇਸ਼ਨ ਹੈ, ਕਿਉਂਕਿ ਮੈਂ ਖੁਦ ਇੱਕ ਜਰਨਲਿਸਟ ਹਾਂ, ਮੈਂ ਫੀਲਡ 'ਚ ਜਾਂਦੀ ਹਾਂ, ਪੰਜਾਬ 'ਚ ਘੁੰਮਦੀ ਹਾਂ ਤੇ ਨਾਲ ਮਾਈਕ ਲੈ ਕੇ ਲੋਕਾਂ ਨਾਲ ਗੱਲ ਕਰਦੀ ਹਾਂ, ਦਿੱਕਤਾਂ ਜਿਹੜੀਆਂ ਪੁੱਛਦੀ ਹੈਗੀ ਆ, ਹਰ ਵਰਜ਼ਨ ਲੈਂਦੀ ਹਾਂ। ਸੋ ਕੋਸ਼ਿਸ਼ ਇਹੀ ਰਹਿੰਦੀ ਹੈਗੀ ਆ ਕਿ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਿਹੜੀ ਹੈ ਉਹ ਦੇਖਣ ਨੂੰ ਵੀ ਨਾ ਮਿਲੇ, ਮਹਿਸੂਸ ਕਰਨ ਨੂੰ ਵੀ ਨਾ ਮਿਲੇ। ਤੇ ਤੁਹਾਨੂੰ ਮੇਰਾ ਇਹ ਸ਼ੋਅ, ਮੇਰਾ ਨਹੀਂ ਬੈਨੀਪਾਲ ਸਾਹਿਬ ਦਾ ਇਹ ਸ਼ੋਅ ਹੈਗਾ, ਪਰ ਫਿਲਹਾਲ ਜਿਹੜਾ ਇਹ ਏਰੀਆ ਜਿਹੜਾ ਹੈ ਮੈਨੂੰ ਦਿੱਤਾ ਗਿਆ ਹੈਗਾ, ਸੋ ਮੈਂ ਇੱਥੇ ਮਹਿਮਾਨ ਹੈਗੀ ਹਾਂ। ਸੋ ਮੈਂ ਇਹ ਕਹਿੰਦੀ ਹਾਂ ਮੇਰਾ ਇਹ ਸ਼ੋਅ ਕਿੱਦਾਂ ਦਾ ਤੁਹਾਨੂੰ ਲੱਗ ਰਿਹਾ ਹੈ, ਤੁਸੀਂ ਪਲੀਜ਼ ਕਮੈਂਟਸ ਦੇ ਵਿੱਚ ਜ਼ਰੂਰ ਕਰੋ। ਬਹੁਤ ਸਾਰਾ ਕੁਛ ਜਿਹੜਾ ਹੈ ਉਹ, ਕਿਉਂਕਿ ਸ਼ੋਅ ਦੇ ਪੈਟਰਨ ਦੇ ਵਿੱਚ ਢਲਦਿਆਂ ਜਿਹੜਾ ਨਾ ਉਹ ਟਾਈਮ ਲੱਗ ਜਾਂਦਾ, ਜਿੰਨੀ ਦੇਰ ਨੂੰ ਪੈਟਰਨ 'ਚ ਢਲਣਾ ਹੈ ਉਨੀ ਦੇਰ 'ਚ ਬੈਨੀਪਾਲ ਸਾਹਿਬ ਨੇ ਵਾਪਸ ਆ ਜਾਣਾ ਹੈਗਾ। ਪਰ ਕੋਈ ਚੱਕਰ ਨਹੀਂ ਹੈ, ਮਤਲਬ ਕਿਸੇ ਹੋਰ ਫਾਰਮ 'ਚ ਆਪਾਂ ਮਿਲ ਸਕਦੇ ਹਾਂ। ਖਬਰਾਂ ਮੈਨੂੰ ਤੁਹਾਨੂੰ ਦੇ ਕੇ ਠੀਕ ਲੱਗਦਾ ਆ, ਕਿਉਂਕਿ ਇਸ ਦੇ ਵਿੱਚ ਈਮਾਨ ਹੈ। ਇੱਥੇ ਈਮਾਨ ਜਿਹੜਾ ਉਹ ਡਗਮਗਾਉਂਦਾ ਨਹੀਂ ਹੈਗਾ, ਕਿਉਂਕਿ ਇੱਥੇ ਈਮਾਨ ਦਾ ਡਗਮਗਾਉਣ ਦਾ ਮਤਲਬ ਇਹ ਆ ਕਿ ਖਬਰ ਜਿਹੜੀ ਆ ਤੁਸੀਂ ਗਲਤ ਤਰੀਕੇ ਨਾਲ ਪ੍ਰੈਜ਼ੈਂਟ ਕਰ ਰਹੇ ਹੋ ਤੇ ਝੂਠੀ ਪ੍ਰੈਜ਼ੈਂਟ ਕਰ ਰਹੇ ਹੋ। ਅਸੀਂ ਖਬਰ ਜਿਹੜੀ ਹੈ ਉਹ ਹਮੇਸ਼ਾ ਤੁਹਾਨੂੰ ਸੱਚੀ ਖਬਰ ਦੇਵਾਂਗੇ ਤੇ ਅਨਫਿਲਟਰਡ ਖਬਰ ਦੇਵਾਂਗੇ। ਉਸ ਤੋਂ ਬਾਅਦ ਫਿਰ ਸੱਟੇ ਜਿਹੜੇ ਨੇ ਕੁਝ ਵੀ ਹੋਣ, ਕਿਉਂਕਿ ਧਮਕੀਆਂ ਤੇ ਅੱਜ ਕੱਲ੍ਹ ਪੱਤਰਕਾਰਾਂ ਨੂੰ ਵੀ ਮਿਲਦੀਆਂ ਨੇ, ਕੋਈ ਗੱਲ ਨਹੀਂ, ਪਰ ਖਬਰ ਤੋਂ ਪਿੱਛੇ ਨਹੀਂ ਹਟਾਂਗੇ, ਇਹ ਵਾਅਦਾ ਹੈਗਾ। ਤੁਸੀਂ ਆਪਣਾ ਬਹੁਤ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।